सतनाम वाहेगुरु साहिब जी। गुरु नानक अंगद गुरु अमरदास पद बंद। रामदास अर्जुन गुरु बार श्री हर गोबिंद। हर राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है मानक भगत बैराग। गुरु ग्रंथ साहिब युद्ध बंदों कर अनुराग। एक ओंकारा सतगुरु तेह प्रसाद सच होए। वाहिगुरु जी की फतेह। विघ्न विनाशन सोए। कहाँ तुच्छ प्रभ बुद्ध हमारी मार ना सकै महिमा जो तिहारी। हम ना सकत कर सिफत तुम्हारी आप लिहो तुम कथा सिधारी। वाहेगुरु जी सुन के बघेल सिंह जाए साथ बुढ़िया के पे कठोर माथ नाए रहो बिसमाए कै। सुन के बघेल सिंह जाए साथ बुढ़िया के। वाहिगुरु जी का खालसा वाहिगुरु जी की फतेह। पतित पावन कृपा निधान दीना बंधु जगत गुरु साहिब सतगुरु श्री गुरु ग्रंथ साहिब चावर छत्र तख्त दे मालिक जुगो जुग अटल शब्दा अवतार। शब्द पार ब्रह्म जागदी जोत हलत के रखियक सर्व सांझी वार्ता दे प्रतीक। साहिब सतगुरु जी दी पावन पवित्र हजूरी अंदर विराजमान गुरु का रूप गुरु का स्वरूप खालसा सत्कार योग सत्संग जी। आप बड़ भागे हो जो धन 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 बाबा दीप सिंह जी शहीद जिन्हां दे महान पावन पवित्र अस्थान गुरुद्वारा शहीद गंज साहब जी विखे सतगुरां दे पावन हजूर जुड़ बैठ करके इलाही गुरबाणी दे हर जस कीर्तन श्रावण कर रहे सो। रोजाना की तरह पिछले पहर दे दीवाना च जो लड़ीवार इतिहास की पावन आप विचार श्रवण करते हो समा होया है। सिख पंथ का महान विद्वान भाई साहब भाई ज्ञान सिंह साहब जी जिन्हों ने सिख इतिहास नूं कलमबंद किया है अते 5 पोथियां दे विच सतगुरां दा पावन संखेप गुर इतिहास अते संपूर्ण सिख इतिहास जिहड़ा है उस नूं वर्णन किया है जी।
ਤੋ ਕੱਲ ਦੇ ਸਮੇਂ ਦੌਰਾਨ ਆਪ ਜੀ ਨੇ ਸਰਵਣ ਕੀਤਾ ਕਿ ਜਥੇਦਾਰ ਭਾਈ ਬਘੇਲ ਸਿੰਘ ਸਾਹਿਬ ਜੀ ਦਿੱਲੀ ਦੇ ਵਿੱਚ ਟਿਕੇ ਹੋਏ ਹੈ। ਬਾਦਸ਼ਾਹ ਦੇ ਨਾਲ ਮੇਲ ਮਿਲਾਪ ਹੋਇਆ, ਮੁਲਾਕਾਤ ਹੋਈ ਔਰ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ ਬਾਦਸ਼ਾਹ ਨੂੰ ਸੁਬੁੱਧਤ ਹੋ ਕੇ ਕਿਹਾ ਕਿ ਸਤਿਗੁਰਾਂ ਦੇ ਪਾਵਨ ਇਤਿਹਾਸਕ ਅਸਥਾਨ ਜੋ ਦਿੱਲੀ ਦੇ ਵਿੱਚ ਨੇ ਉਹਨਾਂ ਦੀ ਪੰਥ ਚਾਹੁੰਦਾ ਹੈ ਸੇਵਾ ਕਰਨੀ ਔਰ ਉਸਾਰੀ ਦਾ ਕਾਰਜ ਜਿਹੜਾ ਹੈ ਇਹ ਪੰਥ ਆਪਣੇ ਹੱਥ ਦੇ ਵਿੱਚ ਲੈ ਕੇ ਮਹਾਰਾਜ ਦੀਆਂ ਜਿਹੜੀਆਂ ਨਿਸ਼ਾਨੀਆਂ ਹੈ ਉਹਨਾਂ ਨੂੰ ਉਜਾਗਰ ਕਰਨਾ ਚਾਹੁੰਦਾ ਹੈ। ਇਸ ਲਈ ਕੁਝ ਸਮਾਂ ਜਿਹੜਾ ਹੈ ਪੰਥ ਦਿੱਲੀ ਦੇ ਵਿੱਚ ਟਿਕੇਗਾ। ਬਾਦਸ਼ਾਹ ਦੇ ਪਾਸੋਂ ਦਿੱਲੀ ਦਾ ਜਿੰਨਾ ਮਸੂਲ ਹੈ, ਜੋ ਚੁੰਗੀ ਹੈ, ਜੋ ਕਰ ਹੈ, ਜੋ ਟੈਕਸ ਹੈ, ਇਹ ਜਥੇਦਾਰ ਸਰਦਾਰ ਬਘੇਲ ਸਿੰਘ ਸਾਹਿਬ ਜੀ ਨੇ ਬਾਦਸ਼ਾਹ ਦੇ ਪਾਸੋਂ ਲਿਖਤੀ ਤੌਰ ਤੇ ਆਰਡਰ ਕਰਵਾ ਲਏ ਹੈ ਔਰ ਕੁਝ ਜਿਹੜੇ ਗੁਰਧਾਮ ਹੈ ਉਹਨਾਂ ਦੀ ਸੇਵਾ ਬਘੇਲ ਸਿੰਘ ਸਾਹਿਬ ਜੀ ਨੇ ਆਰੰਭ ਕਰ ਦਿੱਤੀ ਹੈ ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਮਹਾਨ ਸ਼ਹੀਦੀ ਅਸਥਾਨ ਜਿਹੜਾ ਹੈ, ਜਿਸ ਬਾਰੇ ਪਤਾ ਨਹੀਂ ਲੱਗ ਰਿਹਾ, ਬਹੁਤ ਯਤਨ ਕੀਤਾ, ਬਜ਼ੁਰਗ ਜਿਹੜੇ ਸਨ ਉਹਨਾਂ ਤੱਕ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ ਪਹੁੰਚ ਕੀਤੀ। ਕੁਝ ਬਜ਼ੁਰਗਾਂ ਨੂੰ ਪੁੱਛਿਆ ਔਰ ਪੁੱਛਤਾਛ ਕਰਨ ਤੋਂ ਖਬਰ ਲੱਗੀ ਹੈ ਕਿ ਅਮਕੀ ਜਗ੍ਹਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ। ਇੱਕ ਵਡੇਰੀ ਉਮਰ ਦੀ ਬਜ਼ੁਰਗ ਔਰਤ ਹੈ ਜਿਸ ਨੇ ਕਿਹਾ ਕਿ ਮੈਂ ਤੁਹਾਨੂੰ ਨਿਸ਼ਾਨੀਆਂ ਦੱਸਦੀ ਹਾਂ ਔਰ ਜਿਸ ਸਥਾਨ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਭਜਨ ਤੇ ਬੰਦਗੀ ਕਰਿਆ ਕਰਦੇ ਸਨ, ਜਿਸ ਸਥਾਨ ਤੇ ਉਹਨਾਂ ਦੀ ਸ਼ਹਾਦਤ ਹੋਈ ਹੈ, ਬਹੁਤ ਸਾਰੇ ਲੋਕ ਇਰਦ ਗਿਰਦ ਖੜ ਕੇ ਉਸ ਸਮੇਂ ਜੋ ਸਾਰਾ ਵਾਕਿਆਤ ਹੋਇਆ ਉਸ ਨੂੰ ਦੇਖ ਰਹੇ ਸਨ। ਇਸ ਬਜ਼ੁਰਗ ਔਰਤ ਨੂੰ ਨਾਲ ਲੈ ਕੇ ਜਥੇਦਾਰ ਬਾਬਾ ਬਘੇਲ ਸਿੰਘ ਸਾਹਿਬ ਜੀ ਉਸ ਅਸਥਾਨ ਤੇ ਪਹੁੰਚੇ ਆ ਜਿਸ ਅਸਥਾਨ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸ਼ਹਾਦਤ ਦਾ ਥਾਂ ਹੈ ਔਰ ਉਸ ਜਗ੍ਹਾ ਤੇ ਜੋ ਹੈ ਜੀ ਮਸੀਤ ਉਸਰੀ ਹੋਈ ਹੈ। ਮਸੀਤ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ ਜਿਸ ਪ੍ਰਕਾਰ ਉਸ ਅਸਥਾਨ ਦੀ ਸਾਰੀ ਜਿਹੜੀ ਹੈ ਉਹ ਸੇਵਾ ਆਰੰਭੀ ਹੈ। ਆਓ ਮਨ ਚਿਤ ਬਿਰਤੀਆ ਇਕਾਗਰ ਕਰਕੇ ਸਾਧ ਸੰਗਤ ਜੀ ਪਾਵਨ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਝੁਕਾਓ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਸੀਸ, ਬਖਸ਼ੋ ਸੀਸ, ਕਰੋ ਰਸਨਾ ਪਵਿੱਤਰ ਜੀ, ਉਚਾਰਨ ਕਰੋ ਸਤਨਾਮ ਵਾਹਿਗੁਰੂ ਜੀ। ਕਬਿਤ ਜਹਾਂ ਸੀਸ ਗੰਜ ਆਹੇ, ਖੋ ਸਿੰਘ ਖੋਜ ਰਹੇ ਤਾਹੇ। ਗੁਰੂ ਕੇ ਸਿੰਘ ਜਿਹੜੇ ਸਨ ਉਹ ਇਸ ਭਾਲ ਦੇ ਵਿੱਚ ਸਨ, ਇਸ ਖੋਜ ਦੇ ਵਿੱਚ ਸਨ ਜਿੱਥੇ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਹੈ। ਉਹ ਅਸਥਾਨ ਦੀ ਢੂੰਡ ਦੇ ਵਿੱਚ ਸਨ, ਲੱਭਣ ਦਾ ਯਤਨ ਕਰ ਰਹੇ ਨੇ ਜੀ। ਚਿੰਨ ਕਿਛ ਮਿਲੈ ਨਾਹੇ, ਵਾਹੇ ਤਬ ਠੋਰ ਕੇ। ਔਰ ਕੋਈ ਵੀ ਚਿੰਨ ਜਿਹੜਾ ਹੈ ਉਹ ਦਿਖਾਈ ਨਹੀਂ ਦੇ ਰਿਹਾ ਔਰ ਕਿਤੋਂ ਵੀ ਇਸ ਗੱਲ ਦੀ ਜੋ ਹੈ ਉਹ ਜਾਣਕਾਰੀ ਨਹੀਂ ਪ੍ਰਾਪਤ ਹੋ ਰਹੀ ਕਿ ਇਸ ਜਗ੍ਹਾ ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ। ਜਥੇਦਾਰ ਜੀ ਇਸ ਭਾਲ ਦੇ ਵਿੱਚ ਹਨ। ਫੇਰ ਯੋਂ ਵਿਚਾਰ ਕੋ ਬਘੇਲ ਸਿੰਘ ਸਰਦਾਰ। ਬਹੁਤ ਲੰਬੀ ਵਿਚਾਰ ਕਰਕੇ ਸਿੰਘਾਂ ਦੇ ਨਾਲ
ਜਥੇਦਾਰ ਬਘੀਲ ਸਿੰਘ ਸਾਹਿਬ ਜੀ ਨੇ ਉਸ ਸਮੇਂ ਬੂਝੇ ਨਾਰ ਨਾਰ ਬ੍ਰਿਧ ਬੁੱਢੇ ਬੋਲ ਔਰ ਕਹਿ ਬੁਲਾ ਬੁਲਾ ਕੇ ਆਪਣੇ ਪਾਸ ਜਿਹੜੇ ਵਡੇਰੀ ਉਮਰ ਦੇ ਮਨੁੱਖ ਸਨ, ਇਸਤਰੀਆਂ ਸਨ, ਉਹਨਾਂ ਨੂੰ ਪਾਸ ਬੁਲਾ ਬੁਲਾ ਕੇ ਤੇ ਪੁੱਛਣਾ ਕੀਤਾ। ਬੋਲੀ ਇੱਕ ਤੋਰ ਕਾਨੀ ਬੁੱਢੀ ਆ ਪੁਰਾਨੀ ਅਤ। ਇੱਕ ਬਹੁਤ ਵਡੇਰੇ ਉਮਰ ਦੀ ਬਜ਼ੁਰਗ ਔਰਤ ਸੀ, ਜਿਹੜੀ ਤੁਰਕ ਸੀ, ਤੁਰਕਾਣੀ ਸੀ। ਉਹ ਜਥੇਦਾਰ ਬਘੀਲ ਸਿੰਘ ਸਾਹਿਬ ਜੀ ਨੂੰ ਸੰਬੋਧਿਤ ਹੋ ਕੇ ਕਹਿਣ ਲੱਗੀ, ਮਾਸ਼ਕਨ ਸਿਆਣੀ ਯੋ ਮਹਾਨੀ ਵਾਰ ਤੋਰ ਕੋ। ਹਰ ਪ੍ਰਕਾਰ ਦੇ ਨਾਲ ਸਿਆਣੀ ਬਿਆਣੀ ਸੀ ਉਹ, ਤੇ ਮਾਸ਼ਕੀ ਦੇ ਘਰ ਵਾਲੀ ਸੀ। ਔਰ ਉਸ ਨੇ ਜਥੇਦਾਰ ਸਾਹਿਬ ਜੀ ਦੇ ਨੇੜੇ ਆ ਕੇ ਤੇ ਕੁਝ ਇਸ ਪ੍ਰਕਾਰ ਕਹਿਣਾ ਕੀਤਾ, ਪਾਉ ਜੋ ਇਨਾਮ ਤੋ ਦਿਖਾਉ ਤੋ ਮੈਂ ਸੋਈ ਠੋਰ। ਉਹਦੇ ਮਨ ਦੇ ਵਿੱਚ ਇਹ ਜੋ ਹੈ ਖਿਆਲ ਆਇਆ ਕਿ ਜਥੇਦਾਰ ਦੇ ਪਾਸੋਂ ਬਹੁਤ ਸਾਰਾ ਧਨ ਮਿਲ ਜਾਏ। ਔਰ ਉਹਦੇ ਕਹਿਣ ਦਾ ਭਾਵ ਸੀ ਕਿ ਮੇਰੀ ਗਰੀਬਣੀ ਦੀ ਗਰੀਬੀ ਜਿਹੜੀ ਹੈ ਉਹ ਕੱਟੀ ਜਾਏ, ਕਿਉਂਕਿ ਖਾਲਸੇ ਦੀ ਚੜ੍ਹਦੀ ਕਲਾ ਜਿਹੜੀ ਹੈ ਉਹ ਚਾਰ ਚਫੇਰੇ ਜੋ ਹੈ ਸਾਰੇ ਦਿੱਲੀ ਦੇ ਵਿੱਚ, ਸਾਰੇ ਇਲਾਕਿਆਂ ਦੇ ਵਿੱਚ ਇਸ ਗੱਲ ਦੀ ਤਾਂਘ ਪਈ ਹੋਈ ਸੀ। ਖਾਲਸਾ ਜੋ ਹੈ ਰੱਜ ਕੇ ਉਦਾਰ ਵੀ ਹੈ, ਗਰੀਬਾਂ ਤੇ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਦਾ ਹੈ, ਗਰੀਬਾਂ ਦੀਆਂ ਭੁੱਖਾਂ ਹੀ ਕੱਢ ਦਿੰਦੇ ਹੈ। ਬਹੁਤ ਸਖੀ ਹੈ ਖਾਲਸਾ। ਸੋ ਇਸ ਦੇ ਮਨ ਦੇ ਵਿੱਚ ਇਹ ਖਿਆਲ ਆਇਆ, ਮੈਂ ਬੇਨਤੀ ਕਰਾਂ। ਤੇ ਕਹਿਣ ਲੱਗੀ, ਮੈਂ ਤੁਹਾਨੂੰ ਜਗ੍ਹਾ ਦੱਸ ਦੇਣੀ ਹੈ, ਪਰ ਕੁਝ ਮਾਇਆ ਤੇ ਧਨ ਉਸ ਦੇ ਪ੍ਰਾਪਤੀ ਵਾਸਤੇ ਬੇਨਤੀ ਕੀਤੀ। ਜਹਾਂ ਸੀਸ ਉਤਰਿਓ ਤੁਮਾਰੇ ਗੁਰੂ ਗੌਰ ਕੋ। ਤੁਹਾਡੇ ਵੱਡੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਸ ਸਥਾਨ ਤੇ ਸੀਸ ਉਤਰਿਆ, ਭਾਵ ਕੇ ਸ਼ਹਾਦਤ ਹੋਈ, ਲਹਿ ਕਰ ਅਪਾਰ ਧਨ ਕਹਿਓ ਤਬ ਮਾਸ਼ਕਨ। ਉਹ ਜਿਹੜੇ ਮਾਸ਼ਕੀ ਦੇ ਇਸਤਰੀ ਸੇ ਬਹੁਤ ਸਾਰਾ ਧਨ ਲੈ ਕੇ ਉਸ ਜਗ੍ਹਾ ਤੇ ਗਈ ਹੈ ਜਿੱਥੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਗਿਆ। ਊਪ ਕੋਟ ਵਾਲੀ ਹੂੰ ਕੇ ਤਟ ਬਟ ਕਤਰੇ। ਉਹ ਜਿਹੜਾ ਕੋਟ ਵਾਲੀ ਸੀ, ਉਸ ਉੱਥੇ ਇੱਕ ਖੂਹੀ ਹੈ, ਔਰ ਖੂਹੀ ਦੇ ਤੱਟ ਕਹਿ ਲੋ ਕੰਢੇ ਦੇ ਉੱਤੇ ਖਲੋ ਕਰਕੇ ਭਜਨ ਕਰਤ ਗੁਰੂ ਤੁਮਰੇ ਨਿਹਾਰੇ ਹਮ। ਕਹਿਣ ਲੱਗੇ, ਇੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਸਤਿਗੁਰੂ ਜੀ ਦੀ ਵੱਡੇ ਸਤਿਗੁਰੂ ਜੀ ਨੂੰ ਮੈਂ ਦੇਖਦੀ ਰਹੀ ਹੈ। ਇਹ ਜੋ ਹੈ ਬੋੜ ਔਰ ਇਹ ਖੂਹ, ਇਸ ਖੂਹ ਦੀ ਮਣ ਦੇ ਉੱਪਰ ਸਤਿਗੁਰੂ ਜੀ ਨੂੰ ਮੈਂ ਭਜਨ ਕਰਦਿਆਂ ਦੇਖਿਆ ਹੈ, ਆਪਣੀਆਂ ਅੱਖਾਂ ਦੇ ਨਾਲ ਤੱਕਿਆ ਹੈ ਜੀ। ਬਾਲਿਕ ਅਨੇਕ ਤੈ ਖੇਲ ਰਹੇ ਥੇ ਪਰੇ। ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਸਾਰੇ ਬਾਲਕੇ ਜਿਹੜੇ ਹੈ ਉਸ ਸਮੇਂ ਇੱਥੇ ਖੇਡਾਂ ਪਾਉਂਦੇ ਸਨ ਤੇ ਉਸ ਦਿਨ ਵੀ ਖੇਡ ਰਹੇ ਸਨ। ਤਾਹੀ ਸਮੇਂ ਸ਼ਾਹੇ ਕੇ ਹੁਕਮ ਸੇ ਜਲਾਦ ਆਏ। ਉਸ ਸਮੇਂ ਬਾਦਸ਼ਾਹ ਦੇ ਹੁਕਮ ਦੇ ਨਾਲ ਜਲਾਦ ਆਏ। ਕਤਲ ਆਏ ਗੁਰੂ ਲੋਗ ਦੇਖ ਰਹੇ ਥੇ ਖਰੇ। ਬਹੁਤ ਸਾਰੇ ਲੋਕ ਖਲੋਤੇ ਹੋਏ ਇਰਦ ਗਿਰਦ ਦੇਖ ਰਹੇ ਸਨ। ਮਹਾਰਾਜ ਨੂੰ ਕਤਲ ਕਰ ਦਿੱਤਾ, ਇਹ ਉਹਦੇ ਜ਼ਬਾਨੀ ਹੈ। ਇਸ ਜਗ੍ਹਾ ਦੇ ਉੱਤੇ ਜਲਾਦਾਂ ਨੇ ਸਤਿਗੁਰੂ ਜੀ ਦੇ ਧੜ ਤੋਂ ਸੀਸ ਵੱਖ ਕਰ ਦਿੱਤਾ। ਪਾਛੇ ਤੈ ਮਸੀਤ ਲਈ ਤੁਰਕਨ ਉਸਾਰ ਆਛੇ। ਔਰ ਉਸ ਤੋਂ ਪਿੱਛੋਂ ਮੁਸਲਮਾਨਾਂ ਨੇ ਅੱਛੀ ਤੇ ਭਲੇ ਪ੍ਰਕਾਰ ਜੋ ਹੈ ਉਹ ਮਸੀਤ ਬਣਵਾਈ, ਮਸੀਤ ਦੀ ਚਣਵਾਈ ਕੀਤੀ। ਆਹੇ ਏਕ ਹਾਥ ਸੋਈ ਉਸ ਠੋਰ ਤੈ ਪਰੇ। ਤੋ ਇਸ ਥਾਂ ਤੋਂ ਕੇਵਲ ਇੱਕ ਹੱਥ ਦੂਰ ਹੈ ਮਸੀਤ, ਜਿੱਥੇ ਸਤਿਗੁਰਾਂ ਦੀ ਸ਼ਹਾਦਤ ਹੋਈ ਹੈ।
ਉਹਦੇ ਨੇੜੇ ਹੀ ਮਸੇਤ ਉਸਰੀ ਆ, ਕੋਈ ਦੂਰ ਨਹੀਂ ਹੈ, ਕੇਵਲ ਇੱਕ ਹੱਥ ਦੀ ਦੂਰੀ ਹੈ। ਸੁਣ ਕੇ ਬਘੇਲ ਸਿੰਘ ਜਾਏ ਸਾਥ ਬੁੱਢੀ ਆ ਕੇ। ਬਾਬਾ ਬਘੇਲ ਸਿੰਘ ਸਾਹਿਬ ਜੀ ਉਸ ਬਜ਼ੁਰਗ ਔਰਤ ਦੇ ਨਾਲ ਗਏ। ਪੇਖ ਠੋਰ ਮਾਥ ਨਾਏ ਰਹਿਓ ਬਿਸਮਾਏ ਕੈ। ਹੈਰਾਨਗੀ ਦੇ ਹੱਦ ਨਾ ਰਹੀ। ਮਹਾਰਾਜ ਦੇ ਸਥਾਨ ਤੇ ਜਾ ਕੇ ਸੀਸ ਝੁਕਾਇਆ। ਸਤਿਗੁਰਾਂ ਦੇ ਉਸ ਸਥਾਨ ਨੂੰ ਝੁਕ ਕਰਕੇ ਨਿਉ ਕਰਕੇ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ ਨਮਸਕਾਰ ਕੀਤੇ। ਹੋਏ ਕੈ ਦਲੇਰ ਫਿਰ ਗੁਰੂ ਕੋ ਮਨਾਏ। ਔਰ ਫਿਰ ਗੁਰੂ ਨੂੰ ਮਨਾਇਆ। ਧੰਨ ਗੁਰੂ ਮਹਾਰਾਜ ਦਾ ਕਹਿ ਲੋ ਕਿ ਸ਼ੁਕਰਾਨਾ ਕੀਤਾ। ਕਹਿਓ ਸਿੰਘਨ ਕੋ ਦਿਓ ਇਹੋ ਮਹਿਜਤ ਗੇਰਾਏ ਕੈ। ਤੇ ਸਿੰਘਾਂ ਨੂੰ ਹੁਕਮ ਕੀਤਾ ਕਿ ਖਾਲਸਾ ਜੀ, ਜਿਸ ਅਸਥਾਨ ਤੇ ਸਾਡੇ ਸਤਿਗੁਰਾਂ ਦੀ ਪਾਵਨ ਸ਼ਹਾਦਤ ਹੋਈ ਆ, ਤੁਰਕਾਂ ਨੇ ਉੱਥੇ ਮਸੀਤ ਬਣਾ ਦਿੱਤੀ ਹੈ। ਇਸ ਲਈ ਇਸ ਨੂੰ ਗਿਰਾ ਦਿਓ ਤਾਂ ਕਿ ਮਹਾਰਾਜ ਦਾ ਸਥਾਨ ਜਿਹੜਾ ਹੈ ਉਹ ਸੋਹਣੇ ਢੰਗ ਦੇ ਨਾਲ ਬਣਾਇਆ ਜਾਏ। ਮਾਨ ਕੈ ਹੁਕਮ ਸਿੰਘ ਮਹਿਜਦ ਗੇਰਾਨ ਲਾਗੇ। ਉਹ ਜਿਹੜੀ ਮਸਜਿਦ ਦੇ ਉਸ ਨੂੰ ਗਿਰਾਉਣ ਲੱਗੇ ਹੁਕਮ ਮੰਨ ਕੇ ਜਥੇਦਾਰ ਸਾਹਿਬ ਜੀ ਦਾ। ਮਿਲ ਤੋਰ ਕਾਨ ਦੰਗਾ ਕੀਓ ਵੱਡ ਆਏ। ਬਹੁਤ ਗਿਣਤੀ ਦੇ ਵਿੱਚ ਤੁਰਕ ਆ ਕੇ ਪੈ ਗਏ ਤੇ ਵੱਡਾ ਦੰਗਾ ਕਹਿ ਲੋ, ਫਸਾਦ ਹੋਇਆ, ਜੰਗ ਹੋਇਆ, ਲੜਾਈ ਹੋਈ। 20-30 ਮਰੇ ਪਏ, ਜ਼ਖਮੀ 50-60। 20 ਤੇ 30 ਇੰਨੀ ਗਿਣਤੀ ਦੇ ਵਿੱਚ ਤੁਰਕ ਜਿਹੜੇ ਸਨ ਉਹ ਸਿੰਘਾਂ ਨੇ ਝਟਕਾ ਦਿੱਤੇ, ਮਾਰ ਦਿੱਤੇ। ਔਰ ਕਰੀਬ 60-70 ਜਿਹੜੇ ਸਨ ਉਹ ਭਾਰੀ ਜ਼ਖਮੀ ਹੋਏ। ਛੋੜ ਕੇ ਮਸੀਤ ਸਿੰਘ ਢੇਰ ਥੇਰੇ ਜਾਏ ਕੈ। ਔਰ ਗੁਰੂ ਕੇ ਖਾਲਸੇ ਜਿਹੜੇ ਸੀ ਉਹ ਮਸੀਤ ਦੀ ਜਗ੍ਹਾ ਤੋਂ ਪਿੱਛੇ ਹਟ ਕੇ ਤੇ ਜਿੱਥੇ ਪੜਾ ਲੱਗਾ ਹੋਇਆ ਸੀ ਆਪਣੇ ਡੇਰੇ ਖਾਲਸਾ ਜੀ ਨੇ ਜਾਣਾ ਕੀਤਾ। ਮਿਲ ਕੇ ਬਹਾਨੀ ਤੁਰ ਕਾਨੀ ਜਾਏ ਸ਼ਾਹੇ ਢਿਗ। ਬਹੁਤ ਸਾਰੇ ਤੁਰਕ ਜਿਹੜੇ ਸਨ ਔਰ ਜਿਹੜੇ ਸੱਜਦੇ ਸਰਦੇ ਤੇ ਪੁੱਜਦੇ ਘਰ ਸਨ, ਕਹਿ ਲੋ ਜਿਹੜੇ ਅਮੀਰ ਤੇ ਵਜ਼ੀਰ ਸਨ, ਦਿੱਲੀ ਸ਼ਹਿਰ ਦੇ ਮੁਖੀ ਆਗੂ ਲੋਕ, ਉਹ ਇਕੱਠੇ ਹੋਏ ਤੇ ਇਕੱਠੇ ਹੋ ਕੇ ਬਾਦਸ਼ਾਹ ਦੇ ਪਾਸ ਗਏ ਐ। ਕਰੀ ਫਰਿਆਦ ਔਰ ਰੋਰ ਵੱਢ ਪਾਏ ਹੈ। ਬਹੁਤ ਰੌਲਾ ਗੋਲਾ ਵੀ ਉਹਨਾਂ ਨੇ ਪਾਇਆ। ਇੱਕ ਤੇ ਫਰਿਆਦ ਕੀਤੀ, ਦੂਜਾ ਰੌਲਾ ਵੀ ਪਾਇਆ ਬਘੇਲ ਸਿੰਘ ਸਾਹਿਬ ਜੀ ਦੇ ਲਈ। ਮੌਲਵੀ ਅਮੀਰ ਕਾਜੀ ਪੀਰ ਉਹ ਫਕੀਰ ਹਾਜੀ। ਬਹੁਤ ਸਾਰੇ ਹਾਜੀ, ਬਹੁਤ ਸਾਰੇ ਕਾਜੀ, ਬਹੁਤ ਸਾਰੇ ਮੌਲਵੀ, ਬਹੁਤ ਸਾਰੇ ਅਮੀਰ ਤੇ ਵਜ਼ੀਰ, ਇਹ ਤਾਦਕ ਇਹ ਇਕੱਠੇ ਹੋ ਕਰਕੇ ਮਿਲ ਸਭ ਹੀ ਨੇ ਕਹਿਓ ਜਾਏ ਯੋ ਸੁਨਾਏ ਹੈ। ਸਾਰਿਆਂ ਨੇ ਮਿਲ ਕਰਕੇ ਜਾ ਕੇ ਕਿਹਾ ਬਾਦਸ਼ਾਹ ਦੇ ਸਨਮੁਖ, ਸੁਨੀਏ ਜਹਾਂ ਪਨਾਏ ਤੋ ਮੈਂ ਕਰਿਓ ਬਾਦਸ਼ਾਹ। ਔਰ ਦੇਖੋ ਇਹ ਜਾਂ ਪਨਾ ਤੁਹਾਨੂੰ ਅੱਲਾਹ, ਤੁਹਾਨੂੰ ਖੁਦਾ ਨੇ ਬਾਦਸ਼ਾਹ ਬਣਾਇਆ ਹੈ, ਤੁਹਾਨੂੰ ਖੁਦਾ ਨੇ ਬਾਦਸ਼ਾਹਤ ਬਖਸ਼ਿਸ਼ ਕੀਤੀ ਹੈ। ਦੀਨ ਰੱਖ ਬੇਕੋ ਹੈ ਪੈਗੰਬਰ ਖੁਦਾਏ ਹੈ। ਔਰ ਖੁਦਾਏ ਨੇ ਦੀਨ ਦੀ ਰਖਵਾਲੀ ਕਰਕੇ ਤੁਹਾਨੂੰ ਮੁਖੀ ਕੀਤਾ ਹੈ। ਤੁਸੀਂ ਇਸਲਾਮ ਦੇ ਮੁਖੀ ਹੋ, ਤੁਸੀਂ ਰਾਜੇ ਹੋ, ਬਾਦਸ਼ਾਹ ਹੋ, ਤੇ ਬਾਦਸ਼ਾਹ ਦਾ ਫਰਜ਼ ਬਣਦਾ ਹੈ ਕਿ ਇਸਲਾਮ ਜੋ ਧਰਮ ਹੈ ਉਸ ਦੀ ਹਰ ਸੰਭਵ ਰੱਖਿਆ ਕਰਨੀ। ਲਗੇ ਓ ਮਸੀਤਾਂ ਤੂੰ ਹੈ ਕਾਫਰ ਹੋ ਤਗਰਾ ਮਨੋ। ਤੂੰ ਕਾਫਰਾਂ ਦੇ ਪਾਸੋਂ ਹੈ ਬਾਦਸ਼ਾਹ। ਬੜਾ ਰੌਲਾ ਗੌਲਾ ਇਹਨਾਂ ਲੋਕਾਂ ਨੇ ਪਾਇਆ। ਤੂੰ ਕਾਫਰਾਂ ਦੇ ਨਾਲ ਮਿਲ ਕਰਕੇ ਮਸੀਤਾਂ ਜਿਹੜੀਆਂ ਉਹ ਗਿਰਾਉਣ ਲੱਗਾ ਹੈ। ਕਾਫਰ ਹੀ ਆਪ ਥੇ ਸਾਫ ਹਮ ਗਾਏ ਹੈ। ਅਸੀਂ ਤੇ ਸਾਫ਼ ਤੌਰ ਤੇ ਕਹਿੰਦੇ ਐ ਤੂੰ ਵੀ ਕਾਫਰੀ ਹੈ ਤੇ ਕਾਫਰਾਂ ਦੇ ਨਾਲ ਮਿਲਿਆ ਹੋਇਆ ਹੈ। ਇੰਨੀ ਜ਼ੋਰ ਦੇ ਵਿੱਚ ਇਹਨਾਂ ਨੇ ਬਾਦਸ਼ਾਹ ਨੂੰ ਕਿਹਾ, ਜਦ ਚੌਪਈ ਬਾਦਸ਼ਾਹ ਫਿਰ ਤਿੰਨ ਪ੍ਰਤ ਗਾਇਓ। ਉਹਨਾਂ ਦੇ ਪ੍ਰਤੀ ਬਾਦਸ਼ਾਹ ਸੁਬੋਧਤ ਹੋ ਕੇ ਕਹਿਣ ਲੱਗਾ, ਕੀ ਕਿਹਾ ਜੀ? ਤੁਮ ਪਹਿਲੇ ਮੋਹੇ ਕਿਉਂ ਨਾ ਸੁਣਾਇਓ। ਜੋ ਤੁਸੀਂ ਹੁਣ ਆ ਕੇ ਮੈਨੂੰ ਕਹਿ ਰਹੇ ਹੋ, ਇਹ ਪਹਿਲਾਂ ਕਿਉਂ ਨਹੀਂ ਆ ਕੇ ਦੱਸਿਆ? ਕਿ ਜਦ ਉਹਨਾਂ ਨੇ ਭਾਵ ਕਿ ਜਥੇਦਾਰ ਬਘੇਲ ਸਿੰਘ ਸਾਹਿਬ ਨੇ
ਫਰਮਾਨ ਜਾਰੀ ਕਰਵਾ ਲਿਆ ਹੈ ਗੁਰੂ ਘਰ ਗੁਰਦੁਆਰੇ ਉਸਾਰਨ ਦਾ, ਉਸ ਸਮੇਂ ਤੁਸੀਂ ਆ ਕੇ ਕਿਉਂ ਨਾ ਬੋਲੇ। ਮੈਂ ਅਬ ਇਹ ਸਿੰਘ ਲਿਖ ਦਇਓ। ਹੁਣ ਤੇ ਮੈਂ ਸਿੰਘਾਂ ਨੂੰ ਆਪਣੇ ਹੱਥ ਦੇ ਨਾਲ ਲਿਖ ਕੇ ਦੇ ਦਿੱਤਾ ਹੈ, ਉੱਤੇ ਸਰਕਾਰੀ ਮੋਹਰ ਲਗਾ ਦਿੱਤੀ ਹੈ ਕਿ ਜਿੰਨੇ ਤੁਹਾਡੇ ਗੁਰ ਅਸਥਾਨ ਹਨ ਦਿੱਲੀ ਦੇ ਵਿੱਚ, ਸਾਰਿਆਂ ਨੂੰ ਤੁਸੀਂ ਬਣਾ ਸਕਦੇ ਹੋ। ਜਿੱਥੇ ਜਿੱਥੇ ਤੁਹਾਡੇ ਗੁਰੂ ਸਾਹਿਬ ਨੇ ਚਰਨ ਪਾਏ ਹੈ, ਇਹ ਮੈਂ ਲਿਖਤੀ ਤੌਰ ਤੇ ਉਹਨਾਂ ਨੂੰ ਬਚਨ ਦੇ ਚੁੱਕਾ ਹਾਂ। ਨਿਜ ਗੁਰਦੁਆਰੇ ਤੁਮ ਰਚ ਲਏ ਹੋ। ਤੁਸੀਂ ਆਪਣੇ ਗੁਰਦੁਆਰੇ ਜਿਹੜੇ ਆ ਉਹ ਰਚ ਲਓ, ਬਣਾ ਲਓ, ਉਹਨਾਂ ਦੀ ਰਚਨਾ ਕਰੋ। ਅਬ ਜੇ ਹਮ ਇਕਰਾਰੋਂ ਹਾਰ, ਹੁਣ ਜੇ ਮੈਂ ਇਕਰਾਰ ਤੋਂ ਪਿੱਛੇ ਹਟਦਾ ਹਾਂ ਤੋ ਫਿਰ ਸਿੰਘ ਕਰੈ ਮੋਇ ਖਵਾਰ। ਫਿਰ ਸਿੰਘ ਮੈਨੂੰ ਬਹੁਤ ਖੁਆਰ ਕਰਨਗੇ, ਭਾਵ ਕੇ ਰਾਜ ਦੇ ਵਿੱਚ ਅਫਰਾ ਤਫਰੀ ਮਚਾ ਦੇਣਗੇ ਔਰ ਖਾਲਸੇ ਦਿੱਲੀ ਦੇ ਵਿੱਚ ਭਾਰੀ ਨੁਕਸਾਨ ਕਰਨਗੇ। ਸਿੰਘ ਬਘੇਲ ਸਿੰਘ ਪੰਥ ਬੁਲਵਾ ਹੈ। ਫਿਰ ਜਥੇਦਾਰ ਬਘੇਲ ਸਿੰਘ ਪੰਥ ਨੂੰ ਬੁਲਾ ਲਏਗਾ, ਭਾਵ ਕਿ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ 'ਚ ਇੱਥੇ ਪੰਥ ਪਹੁੰਚ ਜਾਏਗਾ। ਦੇਸ਼ ਹਮਾਰ ਉਜਾਰ ਕਰੈ ਹੈ। ਸਾਰਾ ਸਾਡਾ ਦੇਸ਼ ਜਿਹੜਾ ਹੈ ਦਿੱਲੀ ਬਹੁਤ ਭਾਰੀ ਉਜਾੜਾ ਪਾ ਦੇਵਣਗੇ। ਆਖਰ ਜਬ ਮੋਏ ਮਿਲ ਤੁਰ ਕਾਨੀ, ਇਸ ਲਈ ਅਖੀਰ ਨੂੰ ਬਹੁਤ ਸਾਰੇ ਤੁਰਕ ਜਿਹੜੇ ਸਨ ਉਹ ਮਿਲ ਕਰਕੇ ਕਰਿਓ ਸ਼ਾਹ ਕਹਿਓ ਸ਼ਾਹੇ ਕੋ ਕੁੰਦ ਮਹਾਨੀ, ਔਰ ਬਾਦਸ਼ਾਹ ਨੂੰ ਤੰਗ ਕੀਤਾ। ਬਹੁਤ ਭਾਰੀ ਗਿਣਤੀ 'ਚ ਇਹਨਾਂ ਨੇ ਮਿਲ ਕਰਕੇ ਸ਼ਾਹੇ ਚੋਰੀਏ ਸਿੰਘ ਜੀ ਤਾਹੀ, ਤੇ ਬਾਦਸ਼ਾਹ ਨੇ ਫਿਰ ਚੋਰੀ ਚੋਰੀ, ਭਾਵ ਕਿ ਉਹਨਾਂ ਅਮੀਰਾਂ, ਉਹਨਾਂ ਵਜ਼ੀਰਾਂ, ਉਹਨਾਂ ਕਾਜ਼ੀਆਂ, ਉਹਨਾਂ ਮੁਲਾਣਿਆਂ ਤੋਂ ਜਿਹੜਾ ਹੈ ਛਿਪ ਕੇ ਤੇ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੂੰ ਕਿਹਾ, ਕਹਿ ਪਠਿਓ ਲਿਓ ਪੰਥ ਬੁਲਾਈ। ਇਹ ਕਹਿ ਦਿੱਤਾ ਕਿ ਖਾਲਸਾ ਜੀ ਤੁਸੀਂ ਪੰਥ ਬੁਲਾ ਲਓ ਪੰਜਾਬ ਦੇ ਵਿੱਚੋਂ। ਤਾਂ ਬਘੇਲ ਸਿੰਘ ਪੰਥ ਬੁਲਾਇਓ। ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ ਵੱਡੀ ਗਿਣਤੀ ਦੇ ਵਿੱਚ ਪੰਥ ਨੂੰ ਆਪਣੇ ਪਾਸ ਬੁਲਾਇਆ। ਦਿੱਲੀ ਗਿਰਦ ਗੱਦਰ ਮਚਵਾਇਓ। ਤੇ ਦਿੱਲੀ ਦੇ ਵਿੱਚ ਗਦਰ ਮਚ ਗਿਆ ਬਹੁਤ ਭਾਰੀ ਗਿਣਤੀ ਦੇ ਵਿੱਚ। ਜਿਨ ਜਿਨ ਸ਼ੋਰ ਅਮੀਰਨ ਕਰਕੇ, ਜਿਨ੍ਹਾਂ ਨੇ ਅਮੀਰਾਂ ਨੇ ਵਜ਼ੀਰਾਂ ਨੇ ਬਹੁਤ ਸ਼ੋਰ ਪਾਇਆ ਹੋਇਆ ਸੀ, ਜਿਨ੍ਹਾਂ ਨੇ ਬਾਦਸ਼ਾਹ ਦੇ ਪਾਸ ਜਾ ਕੇ ਸਿੰਘਾਂ ਦੇ ਬਰਖਿਲਾਫ ਫਰਿਆਦ ਕੀਤੀ ਸੀ, ਉਹ ਸਾਰੇ ਜਿਹੜੇ ਅਮੀਰ ਤੇ ਵਜ਼ੀਰ ਲੋਕ ਸਨ। ਰੋਕਿਓ ਥਾ ਗੁਰਦੁਆਰਾ ਭਰ ਕੇ, ਹਾਂ, ਗੁਰਦੁਆਰੇ ਉਸਾਰਨ ਵਾਸਤੇ ਉਹਨਾਂ ਨੇ ਪੰਥ ਨੂੰ ਰੋਕਿਆ ਸੀ। ਜੋ ਮੁਲਕ ਜਹਾਂ ਥਾ ਤਿੰਨ ਤਿੰਨ ਕੇਰਾ, ਔਰ ਜਿੱਥੇ ਜਿੱਥੇ ਉਹਨਾਂ ਦਾ ਮੁਲਕ ਸੀ, ਭਾਵ ਕਿ ਹੋਰ ਦਿੱਲੀ ਦੇ ਨੇੜੇ ਨੇੜੇ ਦੇ ਜਿਹੜੇ ਇਲਾਕੇ ਸਨ, ਉਹਨਾਂ ਦੇ ਜਿਹੜੇ ਹਾਕਮ ਸਨ, ਉਹਨਾਂ ਦੇ ਤਾਈਂ ਫਿਰ ਖਾਲਸੇ ਨੇ ਲੁੱਟਵਾਇਓ ਸਿੰਘ ਪੰਥ ਪਰੇਰਾ। ਪੰਥ ਨੂੰ ਪ੍ਰੇਰ ਕਰਕੇ ਤੇ ਉਹਨਾਂ ਨੂੰ ਲੁਟਵਾਇਆ, ਭਾਵ ਕਿ ਖਾਲਸੇ ਨੇ ਉਹਨਾਂ ਦਾ ਸੌਦਾ ਲਾਇਆ ਕਿ ਗੁਰੂ ਘਰ ਜਿਹੜੇ ਹੈ ਉਹਨਾਂ ਨੂੰ ਅਸਾਰਨ ਦੇ ਵਿੱਚ ਤੁਸੀਂ ਜੋ ਰੋਕ ਪਾਈ ਹੈ। ਦਿਲ ਕੇ ਜੋ ਮਕਾਨ ਮੱਧ ਦਿੱਲੀ, ਔਰ ਉਹਨਾਂ ਦੇ ਜਿਹੜੇ ਦਿੱਲੀ ਦੇ ਵਿੱਚ ਟਿਕਾਣੇ ਸਨ, ਥੇ ਲੁਟਵਾਏ ਸੋ ਬਿਨ ਢਿੱਲੀ। ਬਿਨਾ ਕਿਸੇ ਢਿੱਲ ਮੱਠ ਤੋਂ ਖਾਲਸੇ ਨੂੰ ਹੁਕਮ ਕਰਕੇ ਉਹਨਾਂ ਦਾ ਜਿਹੜਾ ਧਨ ਮਾਲ ਸੀ ਉਹ ਖਾਲਸੇ ਨੇ ਆਪਣੇ ਕਬਜ਼ੇ 'ਚ ਕੀਤਾ। ਆਖਰ ਖੁਦ ਹੀ ਹੋਏ ਲਾਚਾਰੇ। ਆਖੀਰ ਨੂੰ ਉਹ ਲੋਕ ਜਿਹੜੇ ਸਨ ਲਾਚਾਰ ਹੋ ਕਰਕੇ ਲਗੇ ਮਿਲਨ ਸਿੰਘ ਜੀ ਕੋ ਸਾਰੇ, ਬੜੇ ਬੇਬਸ ਹੋਏ ਐ, ਦੁਖੀ ਹੋਏ ਐ, ਤੇ ਖਾਲਸੇ ਦੇ ਪਾਸ ਉਹ ਆਏ, ਆ ਕੇ ਬੇਨਤੀ ਕੀਤੀ, ਜੋ ਹੀ ਸਭ ਤੈ ਸਹੀ ਕਰਾਈ। ਔਰ ਜੋ ਕੁਝ ਸੀ, ਭਾਵ ਖਾਲਸੇ ਦੇ ਸਨਮੁਖ ਨਾ ਕੇ ਬੇਨਤੀ ਕੀਤੀ ਤੇ ਜੋ ਕਰਨਾ ਚਾਹੀਦਾ ਸੀ। ਕਾਗਜ਼ ਉੱਪਰ ਸਿੰਘ ਤਦਾਈ, ਫਿਰ ਖਾਲਸੇ ਨੇ ਕਾਗਜ਼ ਦੇ ਉੱਤਰ ਉਹਨਾਂ ਦੇ ਪਾਸੋਂ ਸਹੀ ਪਵਾ ਲਈ, ਭਾਵ ਕਿ ਉਹਨਾਂ ਦੇ ਪਾਸੋਂ ਵੀ ਲਿਖਤ ਜਿਹੜੀ ਸੀ ਕਰਾ ਲਈ। ਜਿਹੜੇ ਅਮੀਰ ਤੇ ਵਜ਼ੀਰ
ਗੁਰਦੁਆਰੇ ਬਣਾਉਣ ਦੇ ਵਿੱਚ ਰੋਕਾਂ ਪਾ ਰਹੇ ਸਨ, ਰੁਕਾਵਟਾਂ ਖੜੀਆਂ ਕਰ ਰਹੇ ਸਨ। ਖਾਲਸੇ ਨੇ ਇੱਕ ਤੋਂ ਪੱਤਰਕਾ ਲਿਖ ਕੇ ਉਸ ਦੇ ਉੱਪਰ ਸਾਰਿਆਂ ਦੀ ਸਹੀ ਪਵਾਈ ਹੈ। ਰਾਮ ਦਿਆਲ ਇੱਕ ਹੁਤੋ ਦੇਵਾ ਨੂੰ, ਇੱਕ ਦੀਵਾਨ ਸੀ ਬਾਦਸ਼ਾਹ ਦਾ, ਉਹ ਹਿੰਦੂ, ਜਿਸ ਦਾ ਨਾਮ ਰਾਮ ਦਿਆਲ ਹੈ। ਬਾਦਸ਼ਾਹ ਕਾ ਬੜੋ ਸੁਜਾਨੂ, ਬਾਦਸ਼ਾਹ ਦੇ ਬਹੁਤ ਨੇੜੇ ਸੀ, ਬੜਾ ਸੁਘੜ ਸਿਆਣਾ ਸੀ, ਕੁਸ਼ਲ ਪ੍ਰਬੰਧਕ ਸੀ ਇਹ ਹਿੰਦੂ। ਸੋ ਕਾਗਦ ਤਿਸ ਕੋ ਸਿੰਘ ਦਇਓ, ਔਰ ਸਿੰਘਾਂ ਨੇ ਉਸ ਦੇ ਹੱਥ ਦੇ ਵਿੱਚ ਉਹ ਕਾਗਜ਼ ਦਿੱਤਾ, ਜਿਸ ਤੇ ਦਿੱਲੀ ਦੇ ਇਰਦ ਗਿਰਦ ਜਿੰਨੇ ਵੀ ਹਾਕਮ ਸਨ, ਅਮੀਰ ਤੇ ਵਜ਼ੀਰ, ਕਾਜੀ ਤੇ ਮੁੱਲਾ ਤੇ ਮੌਲਾਣੇ, ਔਰ ਜਿਨ੍ਹਾਂ ਦੇ ਉਸ ਉੱਤੇ ਸ਼ਾਇਨ ਹੋਏ ਐ। ਬਾਦਸ਼ਾਹ ਟਿਕ ਸੋ ਲੈ ਗਏ ਉਹ ਬਾਦਸ਼ਾਹ ਦੇ ਪਾਸ ਲੈ ਗਿਆ ਜੀ। ਸ਼ਾਹੇ ਪੇਖ ਕਰਮ ਹੈ ਪ੍ਰਸੰਨ, ਜਦੋਂ ਬਾਦਸ਼ਾਹ ਨੇ ਸਾਰਿਆਂ ਦੀ ਲਿਖਤ ਦੇਖੀ ਤੇ ਬੜਾ ਪ੍ਰਸੰਨ ਹੋਇਆ। ਕਹਿਓ ਅਕਲ ਸਿੰਘ ਜੀ ਕੀ ਧਨ, ਫਿਰ ਉਸਨੇ ਸ਼ਾਬਾਸ਼ ਦਿੱਤੀ, ਕਹਿਣ ਲੱਗਾ ਸਿੰਘ ਜੀ, ਜਥੇਦਾਰ ਬਘੇਲ ਸਿੰਘ ਸਾਹਿਬ ਜੀ, ਤੁਹਾਡੀ ਬੁੱਧ, ਤੁਹਾਡੀ ਅਕਲ ਜਿਹੜੀ ਹੈ ਉਹ ਧਨ ਹੈ। ਕਾਫਰ ਮੈਂ ਅਬ ਰਿਓ ਨਾ ਇੱਕ, ਹੁਣ ਤੇ ਇੱਕ ਵੀ ਕਾਫਰ ਨਹੀਂ ਰਿਹਾ। ਕਾਫਰ ਮੁਝ ਸੰਗ ਭਏ ਅਨੇਕ, ਅੱਗੇ ਤੇ ਮੈਂ ਕੱਲਾ ਕਾਫਰ ਸੀ, ਹੁਣ ਬਹੁਤ ਸਾਰੇ ਕਾਫਰ ਹੋ ਗਏ, ਕਿਉਂਕਿ ਪਹਿਲਾਂ ਮੈਨੂੰ ਕਾਫਰ ਕਹਿੰਦੇ ਸੀ, ਹੁਣ ਤੇ ਇਹ ਵੀ ਕਾਫਰ ਹੋ ਗਏ ਆ ਜਿਨ੍ਹਾਂ ਨੇ ਲਿਖਤ ਦੇ ਉੱਤੇ ਸਾਈਨ ਕੀਤੇ ਐ। ਹੁਣ ਮੈਂ ਇਕੱਲਾ ਨਹੀਂ ਕਾਫਰ ਰਿਹਾ, ਹੁਣ ਤੇ ਬਹੁਤ ਸਾਰੇ ਅਨੇਕ ਹੋ ਗਏ ਹਨ। ਭਲਾ ਕਰਿਓ ਇਹੋ ਸਿੰਘਨ ਮਹਾਏ, ਬਹੁਤ ਵੱਡਾ ਸਿੰਘਾਂ ਨੇ ਭਲਾ ਕੀਤਾ ਹੈ ਇਹ ਲਿਖਤ ਕਰਕੇ। ਬਹੁਤ ਤੁਰਕਨ ਕੇ ਹੱਥ ਕਟਾਏ, ਸਾਰਿਆਂ ਤੁਰਕਾਂ ਦੇ ਖਾਲਸੇ ਨੇ ਹੱਥ ਕਟਾ ਦਿੱਤੇ ਐ। ਭਾਵ ਹੱਥ ਖੱਟਣ ਦਾ ਭਾਵ ਹੈ ਕਿ ਸਾਈਨ ਕਰਾ ਲਿਆ ਲਿਖਤ ਦੇ ਉੱਤੇ ਕਿ ਤੁਸੀਂ ਗੁਰੂ ਘਰ ਜਿਹੜੇ ਹੈ ਉਹ ਉਸਾਰ ਸਕਨੇ ਹੋ, ਔਰ ਅਸੀਂ ਇਸ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਪਾਵਾਂਗੇ। ਬੋਲਣ ਜੋਗ ਨਾ ਛਾੜਿਓ ਕੋਈ, ਕਿਸੇ ਨੂੰ ਵੀ ਹੁਣ ਬੋਲਣ ਜੋਗਾ ਨਹੀਂ ਛੱਡਿਆ ਖਾਲਸੇ ਨੇ ਇਹ ਲਿਖਤ ਦੇਖ ਕਰਕੇ। ਤੇ ਬਾਦਸ਼ਾਹ ਬਹੁਤ ਪ੍ਰਸੰਨ ਖੁਸ਼ ਹੋਇਆ। ਸਿੰਘ ਜੀ ਨੇ ਅਮੀਰ ਥੇ ਜੋਈ, ਤਾਂ ਸਿੰਘ ਸਾਹਿਬ ਜੀ ਨੇ ਜਿੰਨੇ ਵੀ ਅਮੀਰ ਤੇ ਵਜ਼ੀਰ ਸਨ, ਮੁਖੀਏ ਲੋਗ, ਸ਼ਾਹੇ ਹੁਕਮ ਸਿੰਘ ਕੋ ਤਬ ਦਇਓ, ਬਾਦਸ਼ਾਹ ਨੇ ਫਿਰ ਹੁਕਮ ਦਿੱਤਾ ਸਿੰਘ ਦੇ ਤਾਈ, ਆਵ ਨਿਸੰਗ ਗੁਰਦੁਆਰ ਬਣਾਇਓ। ਹੁਣ ਤੁਸੀਂ ਨਿਸੰਗ ਕੋਈ ਵੀ ਝੱਕ ਝਕਾ ਨਾ ਰੱਖੋ, ਤੇ ਆਪਣੇ ਗੁਰੂ ਸਾਹਿਬ ਦੇ ਜਿਹੜੇ ਗੁਰਦੁਆਰੇ ਹਨ ਉਹਨਾਂ ਨੂੰ ਬਣਾਵੋ ਜੀ। ਫਿਰ ਵਜ਼ੀਰ ਸਿੰਘ ਤਹੀ ਹਕਾਰਾ, ਵਜ਼ੀਰ ਨੇ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੂੰ ਸੱਦਾ ਘੱਲਿਆ, ਆਪਣੇ ਪਾਸ ਬੁਲਾਇਆ। ਅਬ ਨਿਸੰਗ ਕਹਿਓ ਕਰੋ ਜੋ ਬੜੋ ਨਾਰਾ। ਰਾਜੇ ਦਾ ਵਜ਼ੀਰ ਕਹਿਣ ਲੱਗਾ, ਹੁਣ ਤੁਸੀਂ ਨਿਸੰਗ ਹੋ ਕੇ ਕਿਸੇ ਵੀ ਝੱਕ ਝਕਾ ਨੂੰ ਤਿਆਗ ਕੇ ਤੇ ਗੁਰੂ ਪਾਤਸ਼ਾਹ ਜੀ ਦੇ ਅਸਥਾਨ ਹੈ ਜਿਹੜੇ ਉਹਨਾਂ ਨੂੰ ਤੁਸੀਂ ਬਣਾਵੋ ਜੀ। ਸਿੰਘ ਬਘੇਲ ਵਜ਼ੀਰ ਤੈ ਤਬ, ਤੇ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ ਉਸ ਵਜ਼ੀਰ ਦੇ ਤਾਈ ਨਿਜ ਤਰਫੋਂ ਇਖਤਿਆਰ ਦਿਓ ਸਭ, ਆਪਣੇ ਤਰਫੋਂ ਵਜ਼ੀਰ ਦੇ ਤਰਫੋਂ ਹਰ ਤਰ੍ਹਾਂ ਦੇ ਨਾਲ ਪੂਰੇ ਫੁੱਲ ਅਖਤਿਆਰ ਜਿਹੜੇ ਸਨ ਉਹ ਦੇ ਦਿੱਤੇ। ਫਿਰ ਵਜ਼ੀਰ ਸਿੰਘ ਜੀ ਸੰਗ ਆਇਓ, ਫਿਰ ਵਜ਼ੀਰ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਦੇ ਨਾਲ ਆਪ ਚੱਲ ਕੇ ਆਇਆ। ਥੜਾ ਕੂਪ ਕਾ ਕਿਸ ਤੋੜਵਾਇਓ, ਉਹ ਜਿਹੜਾ ਖੂਹ ਸੀ, ਖੂਹ ਦਾ ਕੁਝ ਥੜਾ ਸੀ, ਔਰ ਪਾਸ ਖਲੋ ਕੇ ਵਜ਼ੀਰ ਨੇ ਸਿੰਘਾਂ ਦੇ ਪਾਸੋਂ ਖੂਹ ਦਾ ਜਿਹੜਾ ਥੜਾ ਸੀ ਉਸ ਨੂੰ ਕੁਝ ਕੁ ਤੁੜਵਾਇਆ। ਕਿਸ ਮਸੀਤ ਕੀ ਤੋੜ ਪਿਛਾਰੀ, ਤੇ ਕੁਝ ਕਾ ਮਸੀਤ ਜਿਹੜੀ ਸੀ ਉਸ ਦੇ ਪਿੱਛੋਂ ਵੀ ਉਸ ਨੂੰ ਤੋੜਿਆ, ਭਾਵ ਕਿ ਰਸਤਾ ਜਿਹੜਾ ਸੀ ਕੁਝ ਹੋਰ ਬਣਾਇਆ। ਪਾਂਚਕ ਗੱਜ ਜੋ ਜਗ੍ਹਾ ਨਿਕਾਰੀ, ਤੇ 5 ਗਜ ਇਧਰੋਂ ਉਧਰੋਂ ਕਰਕੇ ਤੇ ਜਗ੍ਹਾ ਜਿਹੜੀ ਸੀ ਉਹ ਬਣਾ ਲਈ। ਕੁਝ ਕੁਟਵਾਲੀ ਔਰ ਦਬਾ ਕੇ, ਤੇ ਕੁਝ ਹੋਰ ਜਿਹੜੀ ਕੋਤਵਾਲੀ ਸੀ ਉਹਦੇ ਉੱਤੋਂ ਵੀ ਜਿਹੜੀ ਹੈ ਕੁਝ ਜਗ੍ਹਾ ਉਹਦੇ ਥੱਲੋਂ ਵੀ ਕੱਢੀ, ਤੇ ਕੁਤਵਾਲੀ ਨੂੰ ਵੀ ਦਬਾ ਕੇ
ਤੇ ਕੁਝ ਉਧਰੋਂ ਜਗ੍ਹਾ ਜਿਹੜੀ ਹੈ ਪ੍ਰਾਪਤ ਕੀਤੀ। ਦੋਹਰਾ ਮੰਜੀ ਸਾਹਿਬ ਰਚੀ ਤਬ ਬਟ ਤਰ ਤਰੇ ਸੁਧਾਰ। ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ ਇੱਕ ਸੁੰਦਰ ਅਸਥਾਨ ਜਿਹੜਾ ਸੀ ਉਹ ਬਣਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਇੱਕ ਸੁੰਦਰ ਮੰਜੀ ਜਿਹੜੀ ਹੈ ਉਹਦੀ ਰਚਨਾ ਕੀਤੀ। ਤਿਗ ਤੇ ਰਚੇ ਤੈ ਧਰੇ ਇੱਕ ਗੁਰੂ ਗ੍ਰੰਥ ਹਿਤਸਾਰ। ਬਟ ਕਹਿੰਦੇ ਨੇ ਬੋੜ ਨੂੰ, ਉਹ ਬੋੜ ਦੇ ਦਰਖਤ ਦੇ ਹੇਠਾਂ ਇੱਕ ਛੋਟਾ ਜਿਹਾ ਜਿਹੜਾ ਕਮਰਾ ਸੀ ਜਿਸ ਨੂੰ ਬਣਾ ਕੇ, ਜਿਸ ਦੀ ਤਾਮੀਰ ਕਰਕੇ ਵਿੱਚ ਮੰਜੀ ਜਿਹੜੀ ਹੈ ਉਹ ਸਥਾਪਿਤ ਕੀਤੀ ਗਈ। ਔਰ ਟਿਗ ਤੇ ਰਚੀ ਤੇ ਦਰੀ ਇੱਕ ਗੁਰੂ ਗ੍ਰੰਥ ਹਿਤ ਸਾਰ। ਔਰ ਇੱਕ ਛੋਟਾ ਕਮਰਾ ਜਿਹਦੇ ਕੇ 3 ਦਰਵਾਜ਼ੇ ਹੈ, ਕਿਉਂਕਿ ਇੱਕ ਪਾਸੇ ਮਸੀਤ ਹੈ, ਮਸੀਤ ਜਿਹੜੀ ਹੈ ਉਹ ਪਿਛਵਾੜੇ ਹੈ, ਇਸ ਲਈ 3 ਛੋਟੇ ਦਰਵਾਜ਼ੇ ਜਿਹੜੇ ਹੈ ਉਹ ਬਣਾਏ ਗਏ। ਕਬਿਤ ਦੁੰਦ ਪੀ ਬਜਾਏ ਪ੍ਰਸ਼ਾਦ ਵਰਤਾਏ। ਫਿਰ ਖਾਲਸਾ ਬੜਾ ਪ੍ਰਸੰਨ ਹੋਇਆ ਤੇ ਦੁੰਦ ਵੀ ਕਹਿੰਦੇ ਆ ਨਗਾਰੇ ਨੂੰ, ਨਗਾਰੇ ਤੇ ਚੋਟ ਲਾਈ ਤੇ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਸੰਨ ਹੋ ਕੇ ਖਾਲਸੇ ਨੇ ਅਰਦਾਸੇ ਕਰਕੇ ਤੇ ਵਰਤਾਉਣਾ ਕੀਤੀ। ਗੁਰ ਸ਼ਬਦ ਪੜਾਏ ਕੈ ਨਿਸ਼ਾਨ ਚੁਲਵਾਏ। ਫਿਰ ਗੁਰੂ ਦੇ ਸ਼ਬਦਾਂ ਦਾ ਕੀਰਤਨ ਹੋਇਆ, ਗੁਰੂ ਦੇ ਸ਼ਬਦ ਪੜ੍ਹੇ ਗਏ ਔਰ ਨਿਸ਼ਾਨ ਸਾਹਿਬ ਜਿਹੜਾ ਹੈ ਨਾ ਖਾਲਸੇ ਦਾ ਉਸ ਅਸਥਾਨ ਤੇ ਸਥਾਪਿਤ ਕੀਤਾ। 7 ਗੁਰਦੁਆਰੇ ਯੋਰ ਚਾਏ ਕੈ ਬਘੇਲ ਸਿੰਘ। ਸੋ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ 7 ਗੁਰਦੁਆਰੇ ਜਿਹੜੇ ਆ, 6 ਪਹਿਲਾਂ ਤੇ 7ਵਾਂ ਇਹ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹਾਦਤ ਦਾ ਥਾਂ ਹੈ, ਜੋ ਪਾਵਨ ਜਗ੍ਹਾ ਹੈ, ਇਹ 7 ਗੁਰਦੁਆਰੇ ਜਿਹੜੇ ਐ ਇਹਨਾਂ ਦੀ ਸੇਵਾ ਸੰਪੂਰਨ ਕੀਤੀ। ਤੁਰ ਕਰਨ ਕੇ ਘਰ ਦਿੱਲੀ ਵਿੱਚ ਗੱਦ ਲਾਏ ਹੈ। ਔਰ ਬਹੁਤ ਸਾਰੇ ਤੁਰਕਾਂ ਦੇ ਘਰ ਦਾਗ ਲਾ ਦਿੱਤੇ, ਭਾਵ ਸਾਰੇ ਤੁਰਕਾਂ ਨੂੰ ਦਾਗੀ ਕਰ ਦਿੱਤਾ। ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ ਨਿਸ਼ਾਨ ਸਾਹਿਬ ਲਗਾ ਕਰਕੇ ਅਤੇ ਗੁਰ ਅਸਥਾਨ ਬਣਾ ਕਰਕੇ ਛੋੜ ਗੁਰਦੁਆਰਨ ਕੀ ਸੇਵਾ ਹਿਤ ਸਿੱਖ। ਗੁਰੂ ਕਾ ਸਿੰਘ ਖਾਲਸਾ ਗੁਰਦੁਆਰਿਆਂ ਦੀ ਸੇਵਾ ਕਰਨ ਵਾਸਤੇ ਭਾਵ ਕਿ ਗ੍ਰੰਥੀ ਸਿੰਘ ਸਾਹਿਬ ਉਥੇ ਨਿਯੁਕਤ ਕੀਤੇ ਗਏ। ਇਹ ਜਿਹੜੇ ਪਾਵਨ ਅਸਥਾਨ ਹੈ, ਇਹਨਾਂ ਪਾਵਨ ਅਸਥਾਨਾਂ ਦੀ ਸੇਵਾ ਸੰਭਾਲ ਵੀ ਕਰਨੀ ਹੈ ਔਰ ਉਥੇ ਸਿੰਘਾਂ ਨੂੰ ਜੋ ਹੈ ਉਹ ਮੁਕਰਰ ਕੀਤਾ। ਸਭ ਠੋਰਨ ਬਿਠਾਏ ਗੁਰੂ ਗ੍ਰੰਥ ਜੀ ਖੁਲਵਾਏ। ਸਾਰਿਆਂ ਥਾਵਾਂ ਦੇ ਉੱਤੇ ਜਿਹੜੇ ਹੈ ਉਹ ਸੇਵਾਦਾਰ ਤੇ ਗ੍ਰੰਥੀ ਸਿੰਘ ਜਿਹੜੇ ਹੈ ਉਹ ਤਾਇਨਾਤ ਕੀਤੇ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਗਿਆ। ਜਬ ਲੋਹ ਰਹਿ ਗੋ ਰਬ ਸਸ ਪੰਥ ਸਿੱਖਨ ਕਾ। ਔਰ ਕਵੀ ਜੀ ਕਹਿੰਦੇ ਆ ਜਦ ਤੱਕ ਇਹ ਸੂਰਜ ਰਹੇਗਾ, ਜਦ ਤੱਕ ਇਹ ਚੰਦਰਮਾ ਰਹੇਗਾ, ਉਨੀ ਦੇਰ ਤੱਕ ਖਾਲਸਾ ਪੰਥ ਜਿਹੜਾ ਹੈ ਨਾ ਇਹ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਤਬ ਲੋ ਸੋ ਜਸ ਸਿੰਘ ਜੀ ਕਾ ਸ਼ਬਦ ਆਏ ਹੈ। ਇਹ ਜਸ ਜਿਹੜਾ ਹੈ ਸਿੰਘ ਜੀ ਦਾ ਭਾਵ ਕਿ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਦਾ ਇਹ ਜਸ ਜਿਹੜਾ ਹੈ ਨਾ ਇਹ ਧਰੂ ਤਾਰੇ ਵਾਂਗ ਚਮਕਦਾ ਰਹੇਗਾ। ਜਿਨਾ ਚਿਰ ਇਹ ਸ੍ਰਿਸ਼ਟੀ ਹੈ, ਜਿਨਾ ਚਿਰ ਚੰਦ ਤੇ ਸੂਰਜ ਹੈ। ਔਰ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਦਾ ਜਸ ਸੰਸਾਰ ਦੇ ਵਿੱਚ ਪ੍ਰਸਿੱਧ ਰਹੇਗਾ। ਫਿਰ ਇੱਕ ਪੀਪਲੀ ਗ੍ਰਾਮ 4 ਸਹਿਸ ਕਾ। ਇੱਕ ਗ੍ਰਾਮ ਹੈ ਜੀ ਜਿਸ ਦਾ ਨਾਮ ਹੈ ਪੀਪਲੀ ਗ੍ਰਾਮ। ਇਹ ਜਿਹੜਾ ਪੀਪਲੀ ਗ੍ਰਾਮ ਹੈ ਸਾਹਿਤ ਦਿਵਾਏ ਪਟਾ ਲਿਓ ਲਿਖਵਾਏ ਹੈ। ਔਰ ਇਹ ਨਗਰ ਦਾ ਬਾਦਸ਼ਾਹ ਨੂੰ ਕਹਿ ਕਰਕੇ ਤੇ ਪਟਾ ਲਿਖਵਾ ਦਿੱਤਾ, ਭਾਵ ਕਿ ਇਸ ਇਲਾਕੇ ਦੇ ਵਿੱਚੋਂ ਇਹਨਾਂ ਗੁਰਧਾਮਾਂ ਨੂੰ ਜਿਹੜੀ ਹੈ ਆਮਦਨ ਆਵੇ, ਮਾਇਆ ਆਏ, ਧਨ ਆਏ। ਬਾਦਸ਼ਾਹ ਨੂੰ ਕਹਿ ਕੇ ਤੇ ਪਟਾ ਲਿਖਵਾਇਆ। ਔਰ ਨਿਜ ਔਰਤ ਦੁਸਾਂਝਾ ਆਨ ਤੀਨ ਗਾਓ। ਔਰ ਇਹ ਸਨਦ ਇਹ ਅਧਿਕਾਰ ਪੱਤਰ ਜਿਹੜਾ ਹੈ ਇਹ ਬਾਦਸ਼ਾਹ ਦੇ ਪਾਸੋਂ ਲਿਖਵਾਇਆ
ਤੇ ਬਘੇਲ ਸਿੰਘ ਸਾਹਿਬ ਜੀ ਨੇ ਆਪਣੀ ਤਰਫੋਂ ਬਹੁਤ ਸਾਰਾ ਧਨ ਜਿਹੜਾ ਸੀ 7,000 के लगाए मोद पाए हैं। 7000 ਬਹੁਤ ਵੱਡਾ ਧਨ ਹੈ ਸਾਲਾਨਾ। ਜ਼ਗੀਰ ਆਪਣੇ ਵੱਲੋਂ ਜਿਹੜੀ ਹੈ ਉਹ 7000 ਇਹਨਾਂ ਗੁਰੂ ਧਾਮਾਂ ਦੇ ਨਾਂ ਦਿੱਤੇ। ਬਹੁਤ ਆਨੰਦ ਦੇ ਸਹਿਤ 7 गुरुद्वारे के हिस्से कर दिए ਸਮ ਬਰਾਬਰ ਕਰ ਦਿੱਤੇ। 7 ਹੀ ਗੁਰਦੁਆਰਿਆਂ ਦੇ ਗੁਰੂ ਧਾਮਾਂ ਦੇ ਹਿੱਸੇ ਜਿਹੜੇ ਸਨ ਬਰਾਬਰ ਕਰ ਦਿੱਤੇ। ਔਰ ਇਸ ਅਸਥਾਨ ਤੋਂ ਇਸ ਨਗਰ ਤੋਂ ਧਨ ਆਏਗਾ ਔਰ ਸਾਰਿਆਂ ਗੁਰਦੁਆਰਿਆਂ ਦੀ ਜੋ ਹੈ ਸੇਵਾ ਤੇ ਸੰਭਾਲ ਵਾਸਤੇ ਵਰਤਿਆ ਜਾਏਗਾ। जिस में से अब ही 1000 दोए को आए हैं। ਤੋ ਕਵੀ ਸਾਹਿਬ ਜੀ ਕਹਿੰਦੇ ਹੈ ਕਿ ਉਹਨਾਂ ਦੇ ਵਿੱਚ ਹੁਣ ਤੱਕ ਜਿਹੜਾ ਹੈ ਤੋ ਭਾਰੀ ਗਿਣਤੀ ਦੇ ਵਿੱਚ ਇਹ ਧਨ ਜਿਹੜਾ ਹੈ ਇਹ ਪ੍ਰਾਪਤ ਹੋ ਰਿਹਾ ਹੈ ਜੀ। जब गुरुद्वारे यो बघेल सिंह सरदार ਜਦੋਂ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ ਇਹ ਜਿਹੜੇ ਪਾਵਨ ਗੁਰ ਅਸਥਾਨ ਸਨ 3 महीने विच चुक्यो बनवाए हैं। 3 ਮਹੀਨਿਆਂ ਦੇ ਵਿੱਚ ਇਹ ਜਿਹੜੇ 7 ਗੁਰ ਅਸਥਾਨ ਸਨ ਇਹਨਾਂ ਦੀ ਭਾਰੀ ਸੇਵਾ ਕਰਵਾਈ ਔਰ ਇਹਨਾਂ ਦੇ ਸਾਰੀ ਸੇਵਾ ਸੰਭਾਲ ਜਿਹੜੀ ਹੈ ਉਸ ਦਾ ਬੰਦੋਬਸਤ ਕਰਕੇ फिर एक वृद्ध दिलवाली सिख कयो आए। ਇੱਕ ਬਜ਼ੁਰਗ ਦਾ ਸੋ ਦਿੱਲੀ ਦਾ ਰਹਿਣ ਵਾਲਾ ਗੁਰੂ ਕਾ ਸਿੱਖ ਜਿਹੜਾ ਹੈ ਉਸ ਨੇ ਆ ਕੇ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੂੰ ਕਿਹਾ 10 गुरु की रही दोए ठोर और है। ਕਹਿਣ ਲੱਗਾ ਕਿ 10ਵੇਂ ਪਾਤਸ਼ਾਹ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਦੇ 2 ਸਥਾਨ ਹੈ ਜਿਨ੍ਹਾਂ ਸਥਾਨਾਂ ਤੇ ਗੁਰੂ ਕਲਗੀਧਰ ਸਾਹਿਬ ਨੇ ਚਰਨ ਪਾਏ ਹੈ ਉਹ 2 ਸਥਾਨ ਜਿਹੜੇ ਹੈ ਉਹ ਰਹਿ ਗਏ ਹੈ। ਇਵੇਂ ਬੇਨਤੀ ਕੀਤੀ। सोने कर मोदमान तब ही बघेल सिंह ਔਰ ਮਨ ਕਰਕੇ ਜਥੇਦਾਰ ਬਘੇਲ ਸਿੰਘ ਬੜਾ ਪ੍ਰਸੰਨ ਹੋਇਆ ਕਿ ਉਹ 2 ਸਥਾਨ ਜਿਹੜੇ ਹੈ ਜਿੱਥੇ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਚਰਨ ਪਏ ਹੈ ਉਹਨਾਂ ਦੀ ਸੇਵਾ ਹਜੇ ਹੋਣੀ ਹੈ। ਔਰ ਉਸ ਬਿਰਧ ਦੇ ਪਾਸੋਂ ਸੁਣ ਕਰਕੇ 100 बनवाए उबे सहज से तोर है। ਦੋਵੇਂ ਗੁਰਦੁਆਰੇ ਸਹਿਜੇ 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 ਭਾਵ ਕੇ ਬੜੇ ਹੀ ਸੁੰਦਰ ਤਰੀਕੇ ਦੇ ਨਾਲ ਉਹਨਾਂ ਦੋਨਾਂ ਗੁਰਧਾਮਾਂ ਦੀ ਜਿਹੜਾ ਹੈ ਉਹ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ ਸੇਵਾ ਕੀਤੀ। एक बाग मोतीये में जहां गुरु 10 रहे थे। ਹਾਂ ਇੱਕ ਅਸਥਾਨ ਹੈ ਮੋਤੀ ਬਾਗ ਜਿਸ ਨੂੰ ਮੋਚੀ ਬਾਗ ਕਿਹਾ ਜਾਂਦਾ ਸੀ ਔਰ ਹੁਣ ਉੱਥੇ ਮੋਤੀ ਬਾਗ ਪਾਵਨ ਅਸਥਾਨ ਹੈ ਜਿਸ ਥਾਂ ਤੇ ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਟਿਕੇ। आए आगर से मोद भारे गोर है। ਸੱਚੇ ਪਾਤਸ਼ਾਹ ਮਹਾਰਾਜ ਜੀ ਆਗਰੇ ਤੋਂ ਆਉਂਦੇ ਹੋਏ ਇਸ ਅਸਥਾਨ ਤੇ ਟਿਕੇ ਸਨ। दूसरो पुराने किले पास जहां बैठ गोर। ਦੂਸਰਾ ਅਸਥਾਨ ਹੈ ਪੁਰਾਣੇ ਕਿਲੇ ਦੇ ਪਾਸ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ हाथी थे लड़ाए दम दमा वह ठोर है। ਉਸ ਅਸਥਾਨ ਦਾ ਨਾਮ ਹੈ ਦਮਦਮਾ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਹਾਥੀਆਂ ਦੀ ਲੜਾਈ। मजनू के टिल्ले पर जहां बैठ आद गोर। ਆਦ ਗੁਰ ਭਾਵ ਕੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਮਜਨੂ ਦਾ ਟਿੱਲਾ ਹੈ ਜੀ ਜਿੱਥੇ ਗੁਰੂ ਨਾਨਕ ਮਹਾਰਾਜ ਦੇ ਚਰਨ ਪਏ ਹੈ ਔਰ ਸਤਿਗੁਰੂ ਜੀ ਨੇ ਉਸ ਅਸਥਾਨ ਤੇ ਚਰਨ ਪਾ ਕੇ हील था जीवायो और ਚੱਕੀਆਂ ਚਲਾਏ। ਮਹਾਰਾਜ ਨੇ ਉੱਥੇ ਫੀਲ ਕਹਿੰਦੇ ਆ ਹਾਥੀ ਇੱਕ ਹਾਥੀ ਨੂੰ ਜਵਾਇਆ ਔਰ ਗੁਰ ਪ੍ਰਤਾਪ ਸੂਰਜ ਦੇ ਵਿੱਚ ਇਹ ਬਚਨ ਲਿਖੇ ਹੋਏ ਹੈ। ਇੱਕ ਮਹਾਵਤ ਸੀ ਗਰੀਬ ਜਿਸ ਦਾ ਹਾਥੀ ਮਰ ਗਿਆ ਔਰ ਉਹ ਬਹੁਤ ਵਿਰਲਾਪ ਕਰ ਰਿਹਾ ਸੀ ਰੋ ਰਿਹਾ ਸੀ ਕੁਲਾ ਰਿਹਾ ਸੀ। ਧੰਨ ਗੁਰੂ ਨਾਨਕ ਮਹਾਰਾਜ ਉਸ ਸਥਾਨ ਤੇ ਬੈਠੇ ਹੋਏ ਸਨ। ਮਹਾਰਾਜ ਨੇ ਭਾਈ ਮਰਦਾਨਾ ਜੀ ਨੇ ਹੁਕਮ ਕੀਤਾ ਇਹ ਵਿਰਲਾਪ ਦੀ ਆਵਾਜ਼ ਆ ਰਹੀ ਹੈ ਕੋਈ ਰੋ ਰਿਹਾ ਹੈ ਕੌਣ ਹੈ। ਭਾਈ ਮਰਦਾਨਾ ਜੀ ਗਏ ਦੇਖਿਆ ਹਾਥੀ ਮਰਿਆ ਹੋਇਆ ਹੈ
ਔਰ ਪਾਸ ਬੈਠਾ ਹੈ ਉਹ ਮਹਾਵਤ ਬੇਨਤੀ ਕਰਨ ਲੱਗਾ, ਮਹਾਂਪੁਰਸ਼ੋ ਇਹ ਸਾਈਂ ਜੀ ਇਹ ਫਕੀਰ ਜੀ, ਇਸ ਤੋਂ ਮੇਰਾ ਗੁਜ਼ਾਰਾ ਚੱਲਦਾ ਸੀ, ਇਸ ਤੋਂ ਮੇਰੀ ਰੋਟੀ ਚੱਲਦੀ ਸੀ, ਇਹਦੀ ਮੈਂ ਸੇਵਾ ਕਰਦਾ ਸਾਂ ਤੇ ਬਾਦਸ਼ਾਹ ਦੇ ਪਾਸੋਂ ਮੈਨੂੰ ਧਨ ਮਿਲਦਾ ਸੀ, ਹੁਣ ਇਹ ਮਰ ਗਿਆ ਏ, ਹੁਣ ਮੈਨੂੰ ਰੋਟੀ ਦੇ ਲਾਲੇ ਪਏ ਹੋਏ ਐ। ਧੰਨ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਅੰਮ੍ਰਿਤ ਦੇ ਕਹਿ ਲੋ ਜਲ ਦੇ ਛਿੱਟੇ ਮਾਰ ਕੇ ਉਹ ਹਾਥੀ ਜਿਹੜਾ ਸੀ ਉਸ ਨੂੰ ਜੀਵਤ ਕੀਤਾ, ਜਿਵਾਇਆ। ਤਾਂ ਕਵੀ ਸਾਹਿਬ ਜੀ ਕਹਿ ਰਹੇ ਐ ਤੇ ਚੱਕੀਆਂ ਚਲਾਏ। ਤਾਂ ਬਾਦਸ਼ਾਹ ਨੇ ਬਹੁਤ ਸਾਰੇ ਸਾਧੂ ਜਿਹੜੇ ਸਨ ਇੱਥੇ ਬੰਦੀ ਦੇ ਵਿੱਚ ਪਾਏ ਹੋਏ ਸਨ, ਉਹਨਾਂ ਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਵੀ ਸਨ। ਜਦੋਂ ਸਤਿਗੁਰੂ ਜੀ ਪਹੁੰਚੇ ਐ ਤੇ ਫਿਰ ਜਿਹੜੀਆਂ ਚੱਕੀਆਂ ਪੀਣ ਵਾਸਤੇ ਸਾਧੂਆਂ ਨੇ ਦਿੱਤੀਆਂ ਹੋਈਆਂ ਸੀ ਉਹ ਚੱਕੀਆਂ ਆਪੇ ਚੱਲਣ ਲੱਗੀਆਂ ਤੇ ਬਾਦਸ਼ਾਹ ਢਹਿ ਕੇ ਮਹਾਰਾਜ ਦੇ ਚਰਨਾਂ ਦੇ ਉੱਤੇ ਪੈ ਗਿਆ। ਤੋ ਇਹ ਅਸਥਾਨ ਹੈ ਜੇ ਮਜਨੂ ਦਾ ਟਿੱਲਾ, ਜਿੱਥੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਇਹ ਪਾਵਨ ਕੌਤਕ ਕੀਤੇ। ਕੈਦ ਬਾਦਸ਼ਾਹ ਕੀਤੇ ਕੇਤਕ ਹਜ਼ਾਰ ਸਾਧ, ਔਰ ਬਾਦਸ਼ਾਹ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਥਾਂ ਤੇ ਸਾਧੂ ਮਹਾਂਪੁਰਖ ਜਿਹੜੇ ਸਨ ਉਹਨਾਂ ਨੂੰ ਕੈਦ ਦੇ ਵਿੱਚ ਪਾਇਆ ਹੋਇਆ ਸੀ। ਛੋੜਵਾਇਓ ਅਜਮਤ ਅਦਕ ਦਿਖਾਏ ਕੇ, ਬਹੁਤ ਭਾਰੀ ਇਹ ਅਜਮਤ ਦਿਖਾ ਕਰਕੇ ਕਿਰਪਾ ਕਰਕੇ ਸਾਧੂਆਂ ਤੇ ਮਹਾਰਾਜ ਨੇ ਬਾਦਸ਼ਾਹ ਨੂੰ ਕਹਿ ਕਰਕੇ ਤੇ ਉਹਨਾਂ ਦੀ ਬੰਦ ਖਲਾਸੀ ਕਰਾਈ ਹੈ। ਧੰਨ ਗੁਰੂ ਨਾਨਕ ਮਹਾਰਾਜ ਨੇ ਇਹ ਹੈ ਮਜਨੂ ਦਾ ਟਿੱਲਾ ਅਸਥਾਨ। ਫੇਰ ਹਰਗੋਬਿੰਦ ਗੁਰੂ ਥੇ ਰਹੇ ਵਾਹੀ ਠੋਰ, ਫਿਰ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਸਥਾਨ ਤੇ ਬਿਰਾਜੇ ਹੈ। ਮਹਾਰਾਜ ਨੇ ਉਸ ਸਥਾਨ ਤੇ ਚਰਨ ਪਾਏ। ਰਾਮ ਰਾਏ ਪ੍ਰਿਥੀ ਚੰਦ ਆਦ ਰਹੇ ਆਏ ਕੈ, ਫਿਰ ਰਾਮ ਰਾਏ ਜੀ ਵੀ ਉੱਥੇ ਆਏ। ਜਦ ਬਹੁਤ ਸਾਰੀਆਂ ਬਾਦਸ਼ਾਹ ਨੂੰ ਉਹਨਾਂ ਨੇ ਕਰਾਮਾਤਾਂ ਦਿਖਾਈਆਂ ਤੇ ਟਿਕਾਣਾ ਉਹਨਾਂ ਨੇ ਇੱਥੇ ਕੀਤਾ ਹੋਇਆ ਸੀ ਤੇ ਪ੍ਰਿਥੀ ਚੰਦ ਜਿਹੜਾ ਹੈ ਉਹ ਵੀ ਇਸ ਸਥਾਨ ਤੇ ਆ ਕੇ ਟਿਕਿਆ। ਉਤੇ ਉਹ ਨਠੋਰਨ ਮੈਂ ਕਾਬਜ ਉਦਾਸੀ ਸਾਧ, ਔਰ ਉਦਾਸੀ ਸਾਧ ਜਿਹੜੇ ਸਨ ਉਹਨਾਂ ਨੇ ਉਸ ਥਾਂ ਤੇ ਆਪਣਾ ਕਬਜ਼ਾ ਕੀਤਾ ਹੋਇਆ ਸੀ ਜੀ। ਉਹਨੂੰ ਨਾ ਬਨਾਨ ਦਈ ਮੰਜੀਆਂ ਸੁਭਾਏ ਗਏ, ਸੋਭਨੀਕ ਮੰਜੀਆਂ ਜਿਹੜੀਆਂ ਸੀ ਉਹਨਾਂ ਨੇ ਨਾ ਬਣਾਉਣ ਦਿੱਤੀਆਂ ਤੇ ਖਾਲਸੇ ਨੇ ਉਹਨਾਂ ਨੂੰ ਕੁਝ ਨਾ ਕਿਹਾ, ਕਿਉਂਕਿ ਖਾਲਸਾ ਜਾਣਦਾ ਸੀ ਕਿ ਇਹ ਮਹਾਰਾਜ ਦਾ ਅਸਥਾਨ ਹੈ, ਕਦੀ ਸਮਾਂ ਲੱਗੇਗਾ ਫਿਰ ਸੇਵਾ ਹੋ ਜਾਏਗੀ। ਔਰ ਉੱਥੇ ਕਹਿ ਲੋ ਕਿ ਉਦਾਸੀ ਸਾਧਾਂ ਦਾ ਕਬਜ਼ਾ ਸੀ, ਉਹਨਾਂ ਦਾ ਅਸਥਾਨ ਸੀ। ਦੋਹਰਾ ਭਏ ਫਰਾਗਤ ਸਿੰਘ ਜਬ ਗੁਰਦੁਆਰੇ ਬਣਵਾਏ, ਇਹ ਸਾਰੇ ਗੁਰਦੁਆਰੇ ਜਿਹੜੇ ਐ ਉਹ ਬਣਾ ਕਰਕੇ ਤੇ ਸਿੰਘ ਜਿਹੜੇ ਐ ਜਦ ਫਾਰਗ ਹੋਏ ਐ ਔਰ ਇਸ ਸੇਵਾ ਤੋਂ ਜਦ ਸਿੰਘ ਵਿਹਲੇ ਹੋਏ ਹਨ ਜੀ। ਦਿਲ ਪੰਜਾਬ ਫਿਰ ਜਾਣ ਕੇ ਖਏ ਤਿਆਰ ਹੁਲਸਾਏ, ਹੁਲਸਾਏ ਬੜੀ ਪ੍ਰਸੰਨਤਾ ਦੇ ਨਾਲ ਹੁਣ ਆਪਣੇ ਦੇਸ਼ ਪੰਜਾਬ ਨੂੰ ਜਾਣਾ ਹੈ, ਪੰਜਾਬ ਜਾਣ ਵਾਸਤੇ ਤਿਆਰ ਬਰ ਤਿਆਰ ਹੋਏ ਐ। ਸਵਈਆ ਸੁਣ ਕੇ ਇਹ ਬਾਤ ਵਜ਼ੀਰ ਭਈ ਗੁਣ ਕੇ ਪਾਤਸ਼ਾਹ, ਤੋ ਜਦੋਂ ਵਜ਼ੀਰ ਨੂੰ ਪਤਾ ਲੱਗਾ ਕਿ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ ਸਾਰੇ ਗੁਰੂ ਘਰਾਂ ਦੀ ਸੇਵਾ ਜਿਹੜੀ ਹੈ ਉਹ ਸੰਪਨ ਕਰ ਦਿੱਤੀ ਹੈ, ਸੇਵਾ ਸੰਪਾਪਤ ਹੋ ਚੁੱਕੀ ਹੈ ਤੇ ਖਾਲਸਾ ਜਿਹੜਾ ਹੈ ਹੁਣ ਵਾਪਸ ਪੰਜਾਬ ਜਾਣ ਦੀ ਤਿਆਰੀ ਦੇ ਵਿੱਚ ਹੈ, ਤਾਂ ਫਿਰ ਬਾਦਸ਼ਾਹ ਦੇ ਪਾਸ ਜਾ ਕੇ ਵਜ਼ੀਰ ਨੇ ਕਿਹਾ, ਸੁਣ ਕੇ ਪਾਤਸ਼ਾਹ ਕਯੋ ਯੋ ਉਚਾਰੇ। ਬਾਦਸ਼ਾਹ ਨੇ ਜਦੋਂ ਸੁਣਿਆ ਕਿ ਜਥੇਦਾਰ ਬਘੇਲ ਸਿੰਘ ਜੀ ਵਾਪਸ ਪੰਜਾਬ ਨੂੰ ਜਾ ਰਹੇ ਹੈ ਤਾਂ ਫਿਰ ਵਜ਼ੀਰ ਨੂੰ ਸੰਬੋਧਨ ਕਰਕੇ ਕਹਿਣ ਲੱਗੇ, हमने सुनियो ये सिंह बघेल चलो चाहे और पंजाब सुधारे। तो महाराजा जी मैं सुनिया है कि बघेल सिंह साहब जी जथे दे समेत पंजाब जाण दी तैयारी दे विच हन। ਵੇਖਿਆਵਤ जो उमीर तिसै मम पास तारीफ करे वै भारी। ਜਿਹੜੇ ਅਮੀਰ ਤੇ ਵਜ਼ੀਰ ਜਿਵੇਂ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਸੇਵਾ ਕਰਾਉਂਦੇ ਆ,
ਜਿਵੇਂ ਉਹਨਾਂ ਨੇ ਗੁਰੂ ਕੇ ਲੰਗਰ ਚਲਾਏ ਹੋਏ ਹੈ। ਔਰ ਦੇਖੋ ਇਸ ਸੇਵਾ ਤੋਂ ਦੂਜੀ ਕੌਮ ਵਾਲੇ ਜਿਹੜੇ ਹੈ ਉਹ ਕਿੰਨੇ ਪ੍ਰਭਾਵਿਤ ਹੁੰਦੇ ਹੈ। ਇਹ ਬਾਦਸ਼ਾਹ ਕਹਿ ਰਿਹਾ ਹੈ ਅਮੀਰ ਤੇ ਵਜ਼ੀਰ ਕਾਜੀ ਤੇ ਮੁਲਾਣੇ ਜਿਹੜੇ ਹੈ ਸਨ ਬੜੇ ਮੁਤਸਬੀ, ਪਰ ਖਾਲਸੇ ਦੀ ਸੇਵਾ ਦੇਖ ਕਰਕੇ ਇਹ ਵੀ ਪ੍ਰਸੰਨ ਹੁੰਦੇ ਹੈ। ਔਰ ਉਹ ਬਾਦਸ਼ਾਹ ਨੂੰ ਆ ਕੇ ਕਹਿੰਦੇ ਹੈ ਕਿ ਬਘੇਲ ਸਿੰਘ ਤੇ ਬੜਾ ਫਰਾਖ ਦਿਲ ਹੈ, ਬੜੇ ਉਹਨੇ ਲੰਗਰ ਲਾਏ ਹੋਏ ਹੈ। ਔਰ ਉਹ ਲੰਗਰ ਦੇ ਵਿੱਚ ਕੋਈ ਵੀ ਜਾ ਕੇ ਬੈਠ ਕੇ ਤੇ ਭੋਜਨ ਛਕ ਸਕਦਾ ਹੈ, ਕਿਸੇ ਵਰਨ ਦਾ, ਕਿਸੇ ਫਿਰਕੇ ਦਾ, ਕਿਸੇ ਧਰਮ ਦਾ, ਕਿਸੇ ਜਾਤੀ ਦਾ, ਕਿਸੇ ਮਜ਼ਹਬ ਦਾ, ਕੋਈ ਵੀ ਮਨੁੱਖ ਜਿਹੜਾ ਹੈ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈ। ਇਹ ਸਭ ਕੁਝ ਦੇਖ ਕਰਕੇ ਬੜੇ ਪ੍ਰਭਾਵਿਤ ਹੋਏ। ਹਮਨੇ ਸੁਨਿਓ ਯਹ ਸਿੰਘ ਬਘੇਲ तो लोग आके पिख आवत जो अमीर तसै मम पास तारीफ करें वह भारी, मेरे पास आके भारी उसकी तारीफ कर दे आए। हम भी इस हित चह निरख्यो इस सिंह तई अब लियो हकारी। तो कहने लगा कि मैं भी निरखना करना चाहना हाँ, मैं भी निरीखण करना चाहना हाँ, ਭਾਵ ਕਿ ਮੈਂ ਵੀ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਚਾਹੁੰਦਾ ਹਾਂ ਉਹ ਖਾਲਸੇ ਦੀ ਚੜ੍ਹਦੀ ਕਲਾ। ਖਾਲਸੇ ਨੂੰ ਦੇਖਿਆ ਤੇ ਜੰਗਾਂ ਯੁੱਧਾਂ ਦੇ ਵਿੱਚ ਹੀ ਹੈ ਨਾ, ਮੁੱਠ ਭੇੜ ਦੇ ਜੰਗਾਂ ਯੁੱਧਾਂ ਦੇ ਵਿੱਚ ਹੋਈ ਹੈ, ਪਰ ਖਾਲਸੇ ਦੇ ਨਾਲ ਇੱਕ ਥਾਂ ਇੱਕ ਜਗ੍ਹਾ ਤੇ ਇਹ ਬੈਠੇ ਨਹੀਂ ਹੈ। ਔਰ ਕਹਿੰਦਾ ਮੇਰੇ ਮਨ ਦੀ ਲਾਲਸਾ ਹੈ ਕਿ ਜਥੇਦਾਰ ਬਘੇਲ ਸਿੰਘ ਸਾਹਿਬ ਨੂੰ ਮੈਂ ਨੇੜਿਓਂ ਦੇਖਾਂ। ਲੋਕ ਆ ਕੇ ਸਿਫਤਾਂ ਕਰਦੇ ਹੈ, ਲੋਕ ਆ ਕੇ ਉਸ ਦੇ ਬਾਰੇ ਮੈਨੂੰ ਦੱਸਦੇ ਹਨ। ਚਾਹੇ ਵਜ਼ੀਰ ਲਿਆਵੋ ਤਾਹੇ ਕਹਿਓ ਪਾਤਸ਼ਾਹ ਮਿਲੈ ਮੋਇ ਆਏ। ਵਜ਼ੀਰ ਦੀ ਤੁਸੀਂ ਜਾਓ ਤੇ ਮੇਰੀ ਤਰਫੋਂ ਜਾ ਕੇ ਕਹਿਣਾ ਕਿ ਤੁਹਾਨੂੰ ਬਾਦਸ਼ਾਹ ਆਪਣੇ ਪਾਸ ਬੁਲਾਉਂਦਾ ਹੈ, ਔਰ ਪਾਤਸ਼ਾਹ ਤੁਹਾਡੇ ਨਾਲ ਕੁਝ ਬਚਨ ਬਲਾਸ ਕੁਝ ਕਹਿਣਾ ਤੇ ਸੁਣਨਾ ਚਾਹੁੰਦਾ ਹੈ, ਕੁਝ ਵਿਚਾਰ ਚਰਚਾ ਕਰਨ ਦੀ ਉਹਦੇ ਮਨ ਦੇ ਵਿੱਚ ਲਾਲਸਾ ਹੈ। ਮਾਨ ਵਜ਼ੀਰ ਗਇਓ ਸਿੰਘ ਢਿੱਗ ਤੋ ਬਚਨ ਮੰਨ ਕੇ ਖਾਲਸੇ ਦੇ ਪਾਸ ਗਿਆ ਵਜ਼ੀਰ। ਬਾਤ ਕਹੀ ਸਭ ਹੀ ਸਮਝਾਈ, ਸਾਰੀ ਗੱਲਬਾਤ ਜਿਹੜੀ ਹੈ ਸਿੰਘ ਨੂੰ ਸਮਝਾਈ ਕਿ ਬਾਦਸ਼ਾਹ ਬੇਨਤੀ ਕਰਦਾ ਹੈ ਕਿ ਤੁਸੀਂ ਪਾਸ ਆਵੋ। ਸਿੰਘ ਕਹਿਓ ਹਮਰੀ ਪਾਤਸ਼ਾਹ ਸੋ। ਤੋ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਕਹਿਣ ਲੱਗਾ ਕਿ ਸਾਡੀ ਬਾਦਸ਼ਾਹ ਦੇ ਨਾਲ ਹੋਵਨ ਭੇਟ ਇਹ ਕਠਿਨਾਈ ਹੈ ਵਿੱਚ ਵਿਚਾਲੇ, ਔਰ ਅਸੀਂ ਬਾਦਸ਼ਾਹ ਦੇ ਨਾਲ ਮੇਲ ਮਿਲਾਪ ਭੇਟ ਕਹਿੰਦੇ ਨੇ ਮੁਲਾਕਾਤ, ਅਸੀਂ ਮੁਲਾਕਾਤ ਨਹੀਂ ਕਰ ਸਕਦੇ, ਕੁਝ ਵਿੱਚ ਕਠਿਨਾਈ ਹੈ। ਉਨਸ ਨਾ ਕਰਨੀ ਹਮਨੇ ਝੁਕ। ਔਰ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ ਕੁਨਸ ਨਹੀਂ ਕਰਨੀ, ਝੁਕ ਝੁਕ ਕੇ ਜਿਵੇਂ ਦੁਆ ਸਲਾਮ ਕਰਦੇ ਆ ਬਾਦਸ਼ਾਹ ਦੇ ਸਨਮੁਖ ਜਾ ਕੇ। ਖਾਲਸਾ ਜੀ ਕਹਿਣ ਲੱਗੇ ਅਸੀਂ ਧਰਤੀ ਨੂੰ ਚੁੰਮ ਚੁੰਮ ਕੇ ਭਾਵ ਕੇ ਨਿਉ ਕੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਾ ਕੇ ਤੇ ਸਲਾਮ ਇਹ ਦੁਆ ਸਲਾਮ ਨਹੀਂ ਕਰਨੀ, ਕਿਉਂਕਿ ਜਿਹੜੇ ਵੀ ਬਾਦਸ਼ਾਹ ਦੇ ਸਨਮੁਖ ਜਾਂਦੇ ਸਨ ਉਹ ਝੁਕ ਝੁਕ ਕੇ ਸਲਾਮਾਂ ਕਰਦੇ ਸਨ। ਸਾਡੇ ਪਾਸੋਂ ਇਹ ਕੁਝ ਨਹੀਂ ਹੋਣਾ, ਇਸ ਲਈ ਬਾਦਸ਼ਾਹ ਦੇ ਨਾਲ ਮੁਲਾਕਾਤ ਕਰਨ ਦੇ ਵਿੱਚ ਇਹ ਭਾਰੀ ਕਠਿਨਾਈ ਹੈ, ਇਹ ਸਮੱਸਿਆ ਹੈ। ਚਾਹਤ ਹੈ ਹਮ ਵੀ ਪਾਤਸ਼ਾਹ का कियो दीदार मुबारक जो है। तो ਕਹਿਣ ਲੱਗੇ ਜਥੇਦਾਰ ਸਾਹਿਬ ਅਸੀਂ ਵੀ ਚਾਹੁੰਦੇ ਹਾਂ ਕਿ ਬਾਦਸ਼ਾਹ ਦਾ ਮੁਬਾਰਕ ਦੀਦਾਰ ਜਿਹੜਾ ਹੈ ਕਰੀਏ, ਪਰ ਸਾਡੇ ਜਾਣ ਦੇ ਵਿੱਚ ਕੁਝ ਇਹ ਸਾਡੀ ਮਰਜ਼ਾਦਾ ਹੈ ਖਾਲਸੇ ਦੀ, ਇਹ ਕਠਿਨਾਈ ਹੈ ਵਿੱਚ ਵਿਚਾਲੇ। ਜਗ ਮੈਂ ਸ਼ਹ ਰੂਪ ਖੁਦਾਏ ਇਹ ਮਿਲਨੇ ਸਮ ਬਾਤ ਨਹੀਂ ਬਰ ਕੋ ਹੈ। ਕਿਉਂਕਿ ਬਾਦਸ਼ਾਹ ਦੇ ਨਾਲ ਮਿਲਣ ਤੋਂ ਹੋਰ ਵੱਡੀ ਕਿਹੜੀ ਗੱਲ ਹੋ ਸਕਦੀ ਹੈ ਜਗਤ ਦੇ ਵਿੱਚ, ਸੰਸਾਰ ਦੇ ਵਿੱਚ ਕੋਈ ਹੋ ਸਕਦੀ ਹੈ ਇੱਕ ਹੋਰ ਚੰਗੀ ਗੱਲ ਕਿ ਬਾਦਸ਼ਾਹ ਬੁਲਾਉਂਦਾ ਹੋਵੇ ਤੇ ਫਿਰ ਜਿਸ ਨੂੰ ਬੁਲਾਉਂਦਾ ਹੋਵੇ ਉਹ ਬਾਦਸ਼ਾਹ ਦੀ ਮੁਲਾਕਾਤ ਤੇ ਨਾ ਜਾਵੇ। ਇਸ ਲਈ ਇਹ ਤੋਂ ਚੰਗੀ ਗੱਲ ਹੋਰ ਨਹੀਂ ਕੁਝ ਹੋ ਸਕਦੀ। ਮੈਂ ਹਮ ਏਕਲ ਨਾਹੇ ਚੱਲੈ
ਅਰ ਯੁੱਧ ਕੋ ਨਹਿ ਤਿਆਗ ਬਨੋ ਹੈ। ਦੂਜਾ ਬਚਨ ਇਹ ਹੈ ਕਿ ਆ ਜਿਹੜੇ ਸ਼ਸਤਰ ਹੈ ਨਾ ਸਾਡੇ ਸਰੀਰ ਦੇ ਉੱਤੇ ਧਾਰਨ ਕੀਤੇ ਹੋਏ, ਇਹ ਮਰਜ਼ਾਦਾ ਹੈ ਕਿ ਬਾਦਸ਼ਾਹ ਦੇ ਸਾਹਮਣੇ ਕੋਈ ਸ਼ਸਤਰ ਨਹੀਂ ਲਿਜਾ ਸਕਦਾ। ਇਹ ਜਿਹੜੇ ਹਥਿਆਰ ਹੈ, ਜਿਹੜੇ ਸ਼ਸਤਰ ਹੈ, ਇਹ ਡਿਓੜੀ ਦੇ ਵਿੱਚ ਜਮ੍ਹਾਂ ਕਰਾਉਣੇ ਪੈਂਦੇ ਹੈ। ਤੇ ਖਾਲਸਾ ਜਿਹੜਾ ਹੈ ਇਹ ਸ਼ਸਤਰਾਂ ਨੂੰ ਆਪਣੇ ਤੋਂ ਦੂਰ ਨਹੀਂ ਕਰਦਾ। ਇਹ ਵੀ ਵੱਡੀ ਕਠਿਨਾਈ ਹੈ। ਬਾਦਸ਼ਾਹ ਦੇ ਪਾਸ ਅਸੀਂ ਕਿਵੇਂ ਜਾ ਸਕਨੇ ਹੈ? ਔਰ ਇਸ ਪ੍ਰਕਾਰ ਕਿਹਾ ਜਦ ਵਾਹਿਗੁਰੂ ਕੀ ਫਤਿਹ ਉਚਰੈ, ਇਸ ਤੇ ਮਿਲਨੋ ਹਮਰਾ ਕਠਨੋ ਹੈ। ਤੇ ਤੀਜਾ ਬਚਨ ਇੱਕ ਹੋਰ ਕਿਹਾ ਕਿ ਸਾਡਾ ਬੋਲਾ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਨੇ ਸਾਨੂੰ ਫਤਿਹ ਬਖਸ਼ੀ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਥੇ ਜਾ ਕੇ ਤੇ ਸਲਾਮ ਕਹਿਣਾ ਪੈਂਦਾ ਹੈ। ਤੇ ਖਾਲਸੇ ਦਾ ਪਰਮੋ ਧਰਮ ਹੈ। ਜਦ ਖਾਲਸਾ ਕਿਤੇ ਜਾਂਦਾ ਹੈ ਤੇ ਫਿਰ ਗੱਜ ਕੇ ਫਤਿਹ ਉਚਾਰਨ ਕਰਦਾ ਹੈ। ਇਸ ਲਈ ਇਹ ਔਖਾ ਕੰਮ ਹੈ ਜੀ। ਜੇਕਰ ਸ਼ਾਹੇ ਕਬੂਲ ਕਰੈ, ਮਿਲੇ ਹਮੂ ਤਾਂ ਮੋਦ ਬਡਾਏ। ਜੇ ਇਹ ਜਿਹੜੇ ਬਚਨ ਵਜ਼ੀਰ ਜੀ ਤੁਹਾਡੇ ਨਾਲ ਕੀਤੇ ਹੈ, ਔਰ ਜੇ ਇਹ ਸਾਰੇ ਬਚਨ ਬਾਦਸ਼ਾਹ ਨੂੰ ਪ੍ਰਵਾਨ ਹਨ ਤੇ ਸਾਨੂੰ ਪ੍ਰਸੰਨਤਾ ਹੈ, ਸਾਨੂੰ ਕੋਈ ਹਿਚਕਚਾਹਟ ਨਹੀਂ ਹੈ। ਅਸੀਂ ਬਾਦਸ਼ਾਹ ਨੂੰ ਮਿਲਾਂਗੇ, ਅਸੀਂ ਬਾਦਸ਼ਾਹ ਦੇ ਨਾਲ ਮੁਲਾਕਾਤ ਕਰਾਂਗੇ। ਪਰ ਫੇਰ ਵਜ਼ੀਰ ਗਇਓ ਪਾਤਸ਼ਾਹ ਪੈ। ਵਜ਼ੀਰ ਫਿਰ ਬਾਦਸ਼ਾਹ ਦੇ ਪਾਸ ਗਿਆ। ਬਾਤ ਕਹੀ ਸਭ ਹੀ ਸਮਝਾਈ, ਸਾਰੀ ਗੱਲਬਾਤ ਜਿਹੜੀ ਹੈ ਉਹ ਸਮਝਾ ਕਰਕੇ ਕਹੀ। ਰਾਮ ਦਿਆਲ ਦੀਵਾਨ ਪੁਨਾ, ਇੱਕ ਦੀਵਾਨ ਸੇ ਜਿਸ ਦਾ ਨਾਮ ਹੈ ਰਾਮ ਦਿਆਲ। ਟਿਕਤੈ ਤੈ ਗੁਰੂ ਕੀ ਸਭ ਰੀਤ ਸੁਨਾਈ। ਉਹ ਢਿੱਗ ਨੇੜੇ ਸੀ ਬਾਦਸ਼ਾਹ ਦੇ, ਤੇ ਗੁਰੂ ਘਰ ਦੀ ਜਿਹੜੀ ਰੀਤੀ ਹੈ ਔਰ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਹੈ, ਖਾਲਸਾ ਪੰਥ ਦਾ ਉਹ ਜਾਹੋ ਜਲਾਲ ਜਿਸ ਤੋਂ ਇਹ ਜਾਣਕਾਰ ਸੀ, ਇਹਨੇ ਬਾਦਸ਼ਾਹ ਨੂੰ ਦੱਸਿਆ ਗੁਰੂ ਘਰ ਦੇ ਰੀਤੀ, ਗੁਰੂ ਘਰ ਦੀ ਮਰਜ਼ਾਦਾ ਤੋਂ ਜਾਣੂ ਕਰਵਾਇਆ। ਸ਼ਾਹੇ ਕਹਿਓ ਜਿਮ ਰੀਤ ਸਿੰਘਾਨ ਕੀ ਹੈ, ਮਿਲਹੂ ਤਮਹੂ ਵਹਿ ਆਏ। ਤੋ ਬਾਦਸ਼ਾਹ ਕਹਿਣ ਲੱਗਾ ਜਿਵੇਂ ਸਿੰਘਾਂ ਦੀ ਮਰਜ਼ਾਦਾ ਹੈ, ਜਿਵੇਂ ਸਿੰਘਾਂ ਦੀ ਰੀਤ ਹੈ, ਉਵੇਂ ਮੈਨੂੰ ਪ੍ਰਵਾਨ ਹੈ। ਬਸ ਜਥੇਦਾਰ ਬਘੇਲ ਸਿੰਘ ਸਾਹਿਬ ਆ ਕੇ ਮੇਰੇ ਨਾਲ ਮੁਲਾਕਾਤ ਕਰਨ, ਉਹਨਾਂ ਨੂੰ ਮੈਂ ਨੇੜਿਓਂ ਦੇਖਣਾ ਚਾਹੁੰਦਾ ਹਾਂ, ਉਹਨਾਂ ਦੇ ਨਾਲ ਮੈਂ ਬਚਨ ਬਿਲਾਸ ਕਰਨਾ ਚਾਹੁੰਦਾ ਹਾਂ। ਸਭ ਕੁਝ ਮੈਨੂੰ ਪ੍ਰਵਾਨ ਹੈ। ਜਿਵੇਂ ਵੀ ਖਾਲਸੇ ਦੀ ਮਰਜ਼ਾਦਾ ਹੈ, ਖਾਲਸਾ ਆਪਣੀ ਮਰਜ਼ਾਦਾ ਭੰਗ ਨਾ ਕਰੇ। ਸ਼ਾਸਤਰਾਂ ਦੇ ਵਿੱਚ ਸੱਜ ਧੱਜ ਕੇ ਉਹਨਾਂ ਨੂੰ ਆਉਣ ਦੀ ਆਗਿਆ ਹੈ, ਇਵੇਂ ਕਿਹਾ। ਆਏ ਵਜ਼ੀਰ ਕਯੋ ਸਿੰਘ ਪੈ, ਤੁਮ ਚਾਹਤ ਹੋ ਜਮ ਹੋ ਵਗਸਾਏ। ਵਜ਼ੀਰ ਆਇਆ ਜਥੇਦਾਰ ਬਘੇਲ ਸਿੰਘ ਸਾਹਿਬ ਦੇ ਪਾਸ ਔਰ ਕਿਹਾ ਆ ਕੇ, ਖਾਲਸਾ ਜੀ ਜਿਵੇਂ ਤੁਹਾਡਾ ਹੁਕਮ ਹੈ, ਜਿਵੇਂ ਤੁਸੀਂ ਚਾਹੁੰਦੇ ਹੋ ਉਵੇਂ ਹੋਵੇਗਾ। ਦੇਰ ਤਜੋ ਅਬ ਸਾਜ ਸਜੋ, ਤਬ ਸਿੰਘ ਸਭੈ ਸਰਦਾਰ ਬੁਲਾਏ। ਹੁਣ ਦੇਰੀ ਨਾ ਕਰੋ ਤੇ ਚੜ੍ਹਦੀ ਕਲਾ ਦੇ ਨਾਲ ਆਪਣੀ ਤਿਆਰੀ ਕਰੋ। ਔਰ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਨੇ ਜਿਹੜੀਆਂ ਗੁਰੂ ਕੀਆਂ ਖਾਲਸਾ ਫੌਜਾਂ ਸਨ, ਉਹਨਾਂ ਨੂੰ ਆਪਣੇ ਪਾਸ ਬੁਲਾਇਆ। ਕੋਸ਼ਿਸ਼ ਅਯੁੱਧ ਪੂਰ ਸੁਨਾਏ ਸਜੇ, ਸਭ ਸਿੰਘ ਨੇ ਠੀਕ ਬਣਾਏ। ਔਰ ਆਜੁਦ ਕਹਿੰਦੇ ਨੇ ਸ਼ਸਤਰਾਂ ਨੂੰ, ਭਾਰੀ ਜਿਹੜੇ ਸ਼ਸਤਰ ਹੈ ਉਹ ਸਿੰਘਾਂ ਨੇ ਆਪਣੇ ਸੀਸ ਤੇ ਸਜਾਏ। ਔਰ ਬੜੀ ਚੜ੍ਹਦੀ ਕਲਾ ਦੇ ਨਾਲ ਖਾਲਸੇ ਜਿਹੜੇ ਹੈ ਉਹ ਤਿਆਰ ਬਰ ਤਿਆਰ ਹੋਏ ਜੀ। ਬੇਗਮ ਨੇ ਤਬ ਹੀ ਬੋਰਾਜ ਸਮਾਜ, ਦਇਓ ਸਿੰਘ ਪਾਸ ਪਠਾਏ। ਔਰ ਬਹੁਤ ਸਾਰਾ ਸਾਜੋ ਸਮਾਜ ਜਿਹੜਾ ਸੀ ਉਹ ਬੇਗਮ ਨੇ ਸਿੰਘਾਂ ਦੇ ਪਾਸ ਭੇਜ ਦਿੱਤਾ। ਇਹ ਉਹ ਸਿਮਰੂ ਦੀ ਬੇਗਮ ਹੈ ਜਿਹੜੀ ਕਿ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਦੀ ਧਰਮ ਭੈਣ ਬਣੀ ਹੋਈ ਹੈ ਔਰ ਬਾਦਸ਼ਾਹ ਦੀ ਉਹ ਵਿਸ਼ੇਸ਼ ਸਲਾਹਕਾਰ ਹੈ। ਬਹੁਤ ਸਾਰਾ ਸਾਜੋ ਸਮਾਨ ਆਪਣੇ ਵੱਲੋਂ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਦੇ ਡੇਰੇ, ਉਹਨਾਂ ਦੇ ਪੜਾਅ ਤੇ ਇਸਨੇ ਭੇਜਣਾ ਕੀਤਾ। ਆਪ ਬਘੇਲ ਮਰਗੇਸ਼ ਚੜਿਓ ਗੱਜ, ਤੂੰਗ ਕੀ ਪੀਨ ਪੈ ਮਬਦ ਅੰਬਾਰੇ। ਅੰਬਾਰੀ ਦੇ ਵਿੱਚ ਵੱਡਾ ਜਿਹੜਾ ਫੀਲ ਸੀ, ਵੱਡਾ ਜਿਹੜਾ ਹਾਥੀ ਸੀ, ਉਸ ਹਾਥੀ ਦੇ ਉੱਤੇ ਸਵਾਰ ਹੋਏ ਹੈ, ਹਾਥੀ ਦੇ ਹੁੱਦੇ ਦੇ ਵਿੱਚ ਬੈਠੇ ਹੈ
ਸਜ ਧਜ ਕੇ ਸ਼ਾਸਤਰਾਂ ਦੇ ਨਾਲ ਸਨੱਧ-ਬੱਧ ਹੋ ਕੇ ਜਥੇਦਾਰ ਬਘੇਲ ਸਿੰਘ ਅਸਵਾਰ ਹੋਏ ਹਾਥੀ ਉੱਪਰ। ਔਰ ਸਭਾ ਸਰਦਾਰ ਅਪਾਰ ਚਲੇ ਚੜ ਫੀਲਣ ਪੈ ਮੁੱਦ ਧਾਰੀ। ਮੁੱਦ ਧਾਰੀ ਬੜੀ ਪ੍ਰਸੰਨਤਾ ਦੇ ਨਾਲ ਹੋਰ ਜਿਹੜੇ ਜਰਨੈਲ ਸਨ, ਹੋਰ ਜਿਹੜੇ ਸਰਦਾਰ ਹੈ, ਹੋਰ ਜਿਹੜੇ ਖਾਲਸੇ ਹੈ, ਉਹ ਵੀ ਆਪੋ ਆਪਣੇ ਹਾਥੀਆਂ ਦੇ ਉੱਤੇ ਅਸਵਾਰ ਹੋਏ ਹਨ ਜੀ। ਚਾਮਰ ਚਾਰ ਟੁਰੈ ਸਿਰ ਉੱਪਰ ਸੀਸ ਜਗਾ ਕਲਗੀ ਸਭ ਭਾਰੀ। ਸਭ ਜਿਸ ਦੀ ਬੜੀ ਫੱਬ ਸੀ, ਸੀਸ ਦੇ ਉੱਤੇ ਜਗਾ ਹੈ, ਜਗਾ ਦੇ ਉੱਤੇ ਕਲਗੀ ਲੱਗੀ ਹੋਈ ਹੈ, ਬੜੀ ਸ਼ੋਭਾ ਪਾ ਰਹੀ ਹੈ। ਸੁੰਦਰ ਦਸਤਾਰਾ, ਸੁੰਦਰ ਦਮਾਲਾ ਸਜਾਇਆ ਹੋਇਆ ਹੈ ਬਘੇਲ ਸਿੰਘ ਸਾਹਿਬ ਜੀ ਨੇ। ਔਰ ਕਵੀ ਜੀ ਕਹਿ ਰਹੇ ਹੈ ਕਿ ਰਾਜਿਆਂ ਮਹਾਰਾਜਿਆਂ ਵਾਲੀ ਫੱਬ ਹੈ। ਜਿਵੇਂ ਰਾਜੇ ਤੇ ਮਹਾਰਾਜੇ ਚੌਰ ਚਲਾਉਂਦੇ ਐ, ਇਵੇਂ ਬੜੀ ਚੜ੍ਹਦੀ ਕਲਾ ਦੇ ਨਾਲ ਆਪਣੇ ਅਸਥਾਨ ਤੋਂ ਜਥੇਦਾਰ ਬਘੇਲ ਸਿੰਘ ਸਾਹਿਬ ਜੀ ਰਵਾਨਾ ਹੋਏ। ਪਾਟ ਨਕੀਬ ਚਲੇ ਜਸ ਬੋਲਤ ਬਾਦ ਵਜੈ ਬੋ ਭਾਤ ਅਗਾਰੇ। ਬਾਦ ਕਹਿੰਦੇ ਆ ਵਾਜੇ, ਬੜੀ ਭਾਂਤ ਦੇ ਵਾਜੇ ਵੱਜ ਰਹੇ ਸਨ, ਤੂਤੀਆਂ ਵੱਜ ਰਹੀਆਂ, ਨਫੀਰੀਆਂ ਵੱਜ ਰਹੀਆਂ, ਢੋਲ ਤੇ ਢਮੱਕਾ ਹੋ ਰਿਹਾ ਹੈ। ਨਕੀਬ ਬਾਦਸ਼ਾਹ ਦੇ ਅੱਗੇ ਅੱਗੇ ਚੱਲਣ ਵਾਲੇ। ਜਦ ਬਾਦਸ਼ਾਹ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਹੈ, ਅੱਗੇ ਬੋਲਣ ਵਾਲੇ ਕਿ ਬਾਦਸ਼ਾਹ ਦੀ ਸਵਾਰੀ ਆ ਰਹੀ ਹੈ, ਉਹਨਾਂ ਨੂੰ ਨਕੀਬ ਕਿਹਾ ਜਾਂਦਾ ਹੈ। ਅੱਗੇ ਅੱਗੇ ਨਕੀਬ ਜਾ ਰਹੇ ਹੈ। ਜੋ ਜਥੇਦਾਰ ਜਥੇਦਾਰ ਸਰਦਾਰ ਬਘੇਲ ਸਿੰਘ ਸਾਹਿਬ ਜੀ ਦੇ ਬਾਰੇ ਉੱਚੀ ਉੱਚੀ ਬੋਲ ਕੇ ਕਹਿ ਰਹੇ ਹਨ। ਘੋੜੇ ਚੜੇ ਬਹੁ ਸਿੰਘ ਚੜੇ ਸੰਗ ਅਯੁੱਧ ਅੰਗ ਮੱਡੇ ਸਭ ਕੋ ਹੈ। ਆ ਜੁੱਧ ਸ਼ਾਸਤਰ ਸਾਰਿਆਂ ਦੇ ਸਰੀਰਾਂ ਦੇ ਉੱਤੇ ਮੜੇ ਹੋਏ ਹੈ। ਬਹੁਤ ਸਾਰੇ ਸਿੰਘ ਜਿਹੜੇ ਹੈ ਉਹ ਘੋੜ ਸਵਾਰ ਹੈ, ਕਿਉਂਕਿ ਜਥੇਦਾਰ ਸਾਹਿਬ ਨੇ ਕਿਹਾ ਸੀ 500 ਸਿੰਘ ਜਿਹੜਾ ਹੈ ਉਹ ਸਾਡੇ ਨਾਲ ਆਏਗਾ। ਜਦ ਅਸੀਂ ਤੇਰੀ ਮੁਲਾਕਾਤ ਕਰਨ ਵਾਸਤੇ ਆਵਾਂਗੇ, ਇਕੱਲੇ ਨਹੀਂ ਆਵਾਂਗੇ, ਸਾਡੇ ਨਾਲ ਸਨੱਧ-ਬੱਧ ਹੋ ਕੇ ਸ਼ਸਤਰਾਂ ਦੇ ਨਾਲ ਲੈਸ਼ ਹੋ ਕੇ 500 ਸੂਰਮਾ ਆਏਗਾ। ਇਹ ਜਿਹੜੇ ਘੋੜ ਸਵਾਰ ਸੂਰਮੇ ਹਨ, ਬੜੀ ਚੜ੍ਹਦੀ ਕਲਾ ਦੇ ਨਾਲ ਜਥੇਦਾਰ ਸਾਹਿਬ ਦੇ ਨਾਲ ਨਾਲ ਜਾ ਰਹੇ ਹੈ ਜੀ। ਸੋਤ ਸੇਤ ਸਿਆਮ ਸਜੇ ਸੁਜ ਕੇਸਰੀ ਚੈਲ ਪਟੰਬਰ ਜੋ ਹੈ। ਪਟੰਬਰ ਕਹਿੰਦੇ ਨੇ ਅੰਬਰ, ਭਾਵ ਕੇ ਕੇਸਰੀ ਜਿਹੜੇ ਹੈ ਬਸਤਰ, ਤੇ ਸੇਤ ਕਹਿੰਦੇ ਨੇ ਚਿੱਟਿਆਂ ਨੂੰ। ਚਿੱਟੇ ਬਸਤਰ ਹੈ, ਨੀਲੇ ਬਸਤਰ ਹੈ, ਕੇਸਰੀ ਬਸਤਰ ਹੈ, ਤੇ ਸਿਰਾਂ ਦੇ ਉੱਤੇ ਸੁੰਦਰ ਦਮਾਲੇ ਜਿਹੜੇ ਹੈ ਉਹ ਸਜੇ ਹੋਏ ਹਨ। ਵੀਰ ਬਨੈਤ ਪਟੈਤ ਕਟੈਤ ਬਲੀ ਵੱਡ ਬਾਂਕਰੇ ਸੁੰਦਰ ਸੋ ਹੈ। ਬੜੇ ਸਿੱਧੇ ਤੇ ਸਾਫ਼ ਸ਼ਮਾਸ਼ ਉਹਨਾਂ ਦੇ ਦਾੜੇ ਹੈ, ਬੜੇ ਵੀਰ ਹੈ, ਬੜੇ ਬਹਾਦਰ ਹੈ, ਬੜੇ ਯੋਧੇ ਹੈ। ਔਰ ਉਹਨਾਂ ਦੀ ਛੱਬ ਜਿਹੜੀ ਹੈ ਉਹ ਨਿਰਾਲੀ ਹੈ, ਉਹਨਾਂ ਦੀ ਛਵੀ ਜਿਹੜੀ ਹੈ ਉਹ ਨਿਰਾਲੀ ਹੈ। ਘੋੜਿਆਂ ਤੇ ਸਵਾਰ ਹੋ ਕੇ, ਹਾਥੀਆਂ ਤੇ ਸਵਾਰ ਹੋ ਕੇ, ਜਿਵੇਂ ਜਥੇਦਾਰ ਬਘੇਲ ਸਿੰਘ ਸਾਹਿਬ ਜੀ